ਜਸ ਟੀਵੀ ਦੇਖ ਰਹੇ ਤੁਸੀਂ। मैं KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਇੱਕ ਮੁੱਖ ਮੰਤਰੀ ਸਾਹਿਬ ਦਾ ਟਵੀਟ ਮੇਰੇ ਕੋਲੇ ਆ, ਇੱਕ ਹੁਕਮਾਂ ਦੀ ਕਾਪੀ ਮੇਰੇ ਕੋਲੇ ਆ। ਬਾਕੀ ਤਿੰਨ ਲਿਫਾਫੇ ਮੁੱਖ ਮੰਤਰੀ ਸਾਹਿਬ ਨੇ ਕਹੇ ਆ, ਉਹਨਾਂ ਤਿੰਨ ਲਿਫਾਫਿਆਂ 'ਚ ਕੀ ਆ ਮੈਨੂੰ ਨਹੀਂ ਪਤਾਗਾ। ਤੇ ਮਸਲਾ ਚਿੱਟੇ ਦਾ, ਤੇ ਚਿੱਟੇ ਤੇ ਕੋਈ ਸਿੱਟਾ ਨਿਕਲੇਗਾ ਕਿ ਨਹੀਂ, ਸਵਾਲ ਇਹੀ ਹੈ। ਤਿੰਨ ਲਿਫਾਫੇ ਕੌਣ ਹੋਵੇਗਾ ਬੇਨਕਾ। बड़ा सवाल ਅਸੀਂ ਇਹ ਪੁੱਛਾਂਗੇ ਇਸ ਡਿਬੇਟ ਵਿੱਚ। ਮੁੱਖ ਮੰਤਰੀ ਕੋਲ ਪੁੱਜੀਆਂ ਡਰੱਗ ਕੇਸ ਦੀਆਂ ਰਿਪੋਰਟਸ ਤੇ ਰਾਜਨੀਤੀ ਤੋਂ ਅੱਗੇ ਕੀ। ਇਸੇ ਸਵਾਲ ਤੇ ਬਹਿਸ ਹੋਵੇਗੀ। ਹੁਣ ਤੱਕ ਸਿਰਫ ਰਾਜਨੀਤੀ ਹੋਈ ਹੈ, ਰਾਜਨੀਤੀ ਤੋਂ ਅੱਗੇ ਕੁਝ ਹੋਵੇਗਾ, ਸਵਾਲ ਸਾਡਾ ਇਹੀ ਹੈ। ਤੇ ਜਿਹੜਾ ਪੈਨਲ ਸਾਡੇ ਨਾਲ ਉਹਨਾਂ ਦਾ ਤਰਫ ਕਰਨਾ, ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਬਿਕਰਮ ਪਾਸੀ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ, ਨਾਲ ਵਕੀਲ ਵੀ ਨੇ। ਪਾਸੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਜਦੋਂ ਇਹੋ ਜਿਹੀਆਂ ਡਿਬੇਟਸ ਹੁੰਦੀਆਂ ਸਾਰੀਆਂ ਪਾਰਟੀਆਂ ਤਕਰੀਬਨ ਵਕੀਲਾਂ ਤੇ ਨਿਰਭਰ ਕਰਦੀਆਂ। ਅਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ, ਨਾਲ ਵਕੀਲ ਵੀ ਨੇ। ਖੜਿਆਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ ਦਾ ਸਪੋਕਸਪਰਸਨ ਹੈ, ਭੁੱਲਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਲੋਕੇਸ਼ ਨਾਰੰਗ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ, ਨਾਲ ਵਕੀਲ ਵੀ ਨੇ। ਲੋਕੇਸ਼ ਨਾਰੰਗ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਲੋਕੇਸ਼ ਨਾਰੰਗ ਸਾਹਿਬ ਇਹ ਤੁਹਾਨੂੰ ਕਰਨਾ ਚਾਹੂੰਗਾ। ਲੋਕੇਸ਼ ਨਾਰੰਗ ਸਾਹਿਬ, ਇਹ ਤਿੰਨ ਲਿਫਾਫੇ ਆ ਜਿਹੜੇ, ਉਹ ਉਹਨਾਂ ਬਾਰੇ ਪਤਾ ਉਹਨਾਂ 'ਚ ਹੈ ਕੀ ਹੈ ਲੋਕੇਸ਼ ਨਾਰੰਗ ਸਾਹਿਬ? देखो ये बारे तो पासी साहब भी बेहतर दस सकते हैं क्योंकि सरकार सूबे की इन्हों के कंट्रोल दे विच है। ते जिहड़ा अज आपां ट्वीट जिहदे ते तुसीं डिबेट रखी आ KP जी, ये तो भी एक नौटंकी तो इलावा होर कुछ नहीं हैगा। भी जे तां तुहाडे कोल रिपोर्ट पहलां नहीं सी भाई तां दस्सो। जे हाई कोर्ट ने किते कहा वा भी इहदी कॉपी CM नूं दित्ती जांदी आ और फर्दर एक्शन ऐसा भी किसी आर्डर दे विच नहीं लिखिया। ते स्टेटस रिपोर्ट तां इन्हां नूं 27/1/2023 दे विच एक आर्डर नाल पहलां भी ਇਹਨਾਂ ਦੇ ਕੋਲ ਆ ਚੁੱਕੀ ਹੈ। ਔਰ ਜਿਹੜੀ ਰਿਪੋਰਟ ਸਟੇਟ ਹੀ ਕੋਰਟ 'ਚ ਸਬਮਿਟ ਕਰ ਰਹੀ ਹੈ, ਉਹਦੀ ਕਾਪੀ ਤਾਂ ਬਟ ਆਫਿਸ ਸਰਕਾਰ ਕੋਲ ਹੁੰਦੀ ਹੈ। ਪਰ ਇਹ ਸਰਕਾਰ ਸਿਰਫ ਡਰਾਮੇਬਾਜ਼ਾਂ ਦੀ ਸਰਕਾਰ ਹੈ ਤੇ ਇਹਨਾਂ ਨੇ ਕਰਨਾ ਕੋਈ ਹੈ। ਤੇ ਲੋਕੇਸ਼ਨ ਸਾਹਿਬ ਮੈਂ ਇੱਕ ਸਵਾਲ ਕਰਨਾ, ਫਿਰ ਉਸ ਤੋਂ ਬਾਅਦ ਦੂਜਾ ਸਵਾਲ ਕਰੂੰਗਾ ਨਾਲ ਦੀ ਨਾਲ। ਤੁਸੀਂ ਘਰੋਂ ਇਹ ਨੋਟ ਕਰਕੇ ਰੱਖਦੇ ਹੋ ਕਿ ਡਰਾਮਾ ਸ਼ਬਦ ਬੋਲਣਾ ਹੀ ਬੋਲਣਾ ਜੋ ਡਿਬੇਟ 'ਚ ਜਾਣਾ? ਸਰ ਗੱਲ ਇਹ ਆ ਕਿ ਜੇ ਇੱਕ ਮੁੱਖ ਮੰਤਰੀ ਦੇ ਸੰਵਿਧਾਨਕ ਪਦ ਤੇ ਬੈਠਾ ਵਿਅਕਤੀ ਫਿਜ਼ੂਲ ਦੀ ਟਵੀਟ ਕਰੀ ਜਾਵੇ ਤੇ ਕੰਮ ਨਾ ਕਰੇ ਤਾਂ ਆਪਾਂ ਨੂੰ ਇਹ ਵਰਡ ਯੂਜ਼ ਕਰਨਾ ਹੀ ਪਏਗਾ ਨਾ। ਕਿਉਂਕਿ ਹਾਈ ਕੋਰਟ ਦਾ ਪੂਰਾ ਆਰਡਰ ਪੜ੍ਹ ਲਓ। ਚਲੋ ਲੋਕੇਸ਼ਨ ਸਾਹਿਬ ਅਗਲੇ ਸਵਾਲ ਦਾ ਜਵਾਬ ਦਿਓ ਫਿਰ ਮੈਨੂੰ। ਨਾਰੰਗ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਹਾਈ ਕੋਰਟ ਨੇ ਕਿਤੇ ਨਹੀਂ ਕਿਹਾ ਕਿ ਇਹ ਰਿਪੋਰਟਸ ਆ ਜਿਹੜੀਆਂ ਮੁੱਖ ਮੰਤਰੀ ਕੋਲ ਭੇਜ ਦਿੱਤੀਆਂ ਜਾਂ ਲਿਫਾਫੇ ਭੇਜ ਦਿੱਤੇ ਗਏ। ਮੇਰਾ ਸਵਾਲ ਇਹ ਹੈ, ਇਹ ਰਿਪੋਰਟਾਂ ਪਹਿਲਾਂ ਹੀ ਪਈਆਂ ਸੀਗੀਆਂ ਸਰਕਾਰਾਂ ਕੋਲੇ ਜਾਂ ਸਰਕਾਰਾਂ ਉਹਨਾਂ ਨੂੰ ਖੋਲ ਸਕਦੀਆਂ ਸੀ, ਕੋਈ ਰੋਕ ਟੋਕ ਨਹੀਂ ਸੀ? ਸਰ ਹਾਈ ਕੋਰਟ ਨੇ ਐਸਾ ਕੋਈ ਸਟੇ ਨਹੀਂ ਇਹਨਾਂ ਤੇ ਕੀਤਾ ਹੋਇਆ ਸੀਗਾ ਜਿੱਥੇ ਤੱਕ ਮੇਰੀ ਜਾਣਕਾਰੀ ਹੈ। ਹਾਂ, ਤੇ ਇਹ ਤਾਂ ਇਹਨਾਂ ਨੂੰ ਚਾਹੀਦਾ। ਮੈਂ ਕਹਿੰਦਾ ਚਲੋ ਜੇ ਅੱਜ ਵੀ ਇਹਨਾਂ ਨੂੰ ਮਿਲ ਗਈਆਂ ਤੇ ਆਪਾਂ ਉਹਦੇ ਤੇ ਕਾਰਵਾਈ ਕਰੀਏ। ਟਵੀਟ ਕਰਨ ਦਾ ਕੀ ਮਤਲਬ ਆ? ਚਲੋ ਠੀਕ ਹੈ, ਮੈਂ ਵਾਪਸ ਆਉਂਗਾ ਨਾਰੰਗ ਸਾਹਿਬ। ਪਾਸੀ ਸਾਹਿਬ ਵਿਰੋਧੀ ਧਿਰ ਦਾ ਇਹ ਕਹਿਣਾ ਹੈ ਕਿ ਰੋਲਾ ਤੁਸੀਂ ਜ਼ਿਆਦਾ ਪਾਉਂਦੇ ਹੋ, ਐਕਸ਼ਨ ਨਹੀਂ ਲੈਂਦੇਗੇ। ਤੁਸੀਂ ਹੁਣ ਟਵੀਟ ਕਰਤਾ, ਟਵੀਟ ਕਰਕੇ ਤੁਸੀਂ ਪੂਰਾ ਮੁੱਦਾ ਜਿਹੜਾ ਉਹ ਤੇ ਸੈਂਟਰ ਕਰਤਾ ਵੀ ਹਾਂ ਵੀ ਡਰੱਗ ਤੇ ਅਸੀਂ ਕਾਰਵਾਈ ਕਰਾਂਗੇ। ਉਹ ਕਹਿੰਦੇ ਡਰਾਮੇ ਕੋ ਕਰੀ ਜਾਂਦੇ ਆ। ਪਾਸੀ ਸਾਹਿਬ, ਇਹਨਾਂ ਕੋਲੇ ਹੋਰ ਕੁਝ ਕਹਿਣ ਨੂੰ ਹੀ ਨਹੀਂ ਹੈ ਕਿਉਂਕਿ ਇਹਨਾਂ ਦੇ ਜਿਹੜਾ ਹੈ ਪਹਿਲਾਂ ਡਰਾਮੇ ਹੁੰਦੇ ਰਹੇ ਆ, ਪਹਿਲਾਂ ਕੋਈ ਐਕਸ਼ਨ ਨਹੀਂ ਹੋਏ। ਇਹ ਅਗਰ ਇਹਨਾਂ ਨੇ ਕਿਹਾ ਕਿ ਪਹਿਲਾਂ ਪਈਆਂ ਸੀ ਸਰਕਾਰਾਂ ਕੋਲੇ ਤਾਂ ਪਿਛਲੀਆਂ ਸਰਕਾਰਾਂ ਸੁੱਤੀਆਂ ਪਈਆਂ ਰਹੀਆਂ। ਔਰ ਦੂਜੀ ਚੀਜ਼ ਇਹਨਾਂ ਨੇ ਕਿਹਾ ਕਿ ਹਾਈ ਕੋਰਟ ਨੇ ਇਦਾਂ ਦਾ ਕੁਝ ਨਹੀਂ ਕਿਹਾ। ਅੱਜ ਹਾਈ ਕੋਰਟ ਨੇ ਪੈਰਾ ਨੰਬਰ 19 ਦੇਖੋਗੇ ਜਰਾ, 19 ਦੇ ਵਿੱਚ ਕਿਹਾ ਕਿਹਾ, ਹਾਊਐਵਰ ਇਟ ਇਜ਼ ਓਪਨ ਟੂ ਦੀ ਸਟੇਟ ਟੂ ਟੇਕ ਐਕਸ਼ਨ ਅਪਨ ਦੀ ਰਿਪੋਰਟਸ ਡੇਟਡ 1/2/2018 ਐਂਡ 15/3/2018। ਅੱਜ ਇਹ ਹਾਈ ਕੋਰਟ ਦੇ ਆਰਡਰ 'ਚ 19 ਨੰਬਰ ਪੈਰੇ 'ਚ ਹੈ। ਔਰ ਤੀਸਰੀ ਚੀਜ਼ ਜਿਹੜੀ ਸਿੱਟ ਵੀ ਬੈਠੀ ਸੀ ਹਾਈ ਕੋਰਟ ਦੇ ਆਰਡਰਸ ਦੇ ਨਾਲ ਬੈਠੀ ਸੀ, ਔਰ ਜਿਹੜੀ ਰਿਪੋਰਟਸ ਸੀਗੀਆਂ ਹਾਈ ਕੋਰਟ ਦੇ ਵਿੱਚ ਸਬਮਿਟ ਹੋਈਆਂ ਸੀ, ਪਹਿਲਾਂ ਸੀਲਡ ਕਵਰ ਦੇ ਵਿੱਚ ਸੀ। ਪਿਛਲੀਆਂ ਸਰਕਾਰਾਂ ਨੇ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਉਹਨਾਂ ਨੂੰ ਕਿਹਾ। ਔਰ ਜਿਹੜੀ ਇਹ ਪਟੀਸ਼ਨ ਵੀ ਇਹਨਾਂ ਨੂੰ ਮੈਂ ਯਾਦ ਕਰਾਦਾ ਫਾਈਲ ਕੀਤੀ ਹੈ, ਇਹ ਕੋਰਟ ਆਫ ਇਟਸ ਓਨ ਮੋਸ਼ਨ ਹੋਈ ਹੈ। ਔਰ ਸਾਡੀ ਸਰਕਾਰ ਨੇ ਅਗਰ ਮੁੱਖ ਮੰਤਰੀ ਜੀ ਇੱਕ ਚੀਜ਼ ਦੇਖੋ, ਇਹ ਪੰਜਾਬ ਦੇ ਰਹਿਣ ਵਾਲੇ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਬਾਰੇ ਇਹਨਾਂ ਦੇ ਅਲਫਾਜ਼ ਕਿਆ ਹੁੰਦੇ ਆ ਜੀ? ਫਾਲਤੂ ਦੇ ਟਵੀਟ, ਡਰਾਮੇਬਾਜ਼ੀ। ਇਹ ਅਗਰ ਇਹਨਾਂ ਤੋਂ ਕੋਈ ਡਿਗਰੀ ਪੁੱਛ ਲੈ ਤਾਂ ਉਹਦੇ ਉੱਤੇ ਜੁਰਮਾਨੇ ਪਵਾਉਂਦੇ ਆ। ਇਹ ਡਰਾਮੇਬਾਜ਼ੀਆਂ ਇਹ ਕਰਦੇ ਆ, ਲੇਕਿਨ ਇਹਨਾਂ ਨੂੰ ਨਾ ਪੰਜਾਬ ਦੀ ਕਦਰ ਹੈ ਨਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ। ਔਰ ਜਿਹੜਾ ਇਹ ਗੱਲ ਕਰ ਰਿਹਾ ਕਿ ਕੋਈ ਐਕਸ਼ਨ ਨਹੀਂ ਹੋ ਰਿਹਾ, ਤਾਂ ਮੈਂ ਇਹਨਾਂ ਨੂੰ ਦੱਸਦਾ ਪਿਛਲੇ 1 ਸਾਲ ਦੇ ਵਿੱਚ 17,568 ਡਰੱਗਸ ਦੇ ਵਿੱਚ ਅਰੈਸਟ ਹੋ ਚੁੱਕੀਆਂ, ਡਰੱਗਸ ਕੇਸਿਸ ਦੇ ਵਿੱਚ। ਔਰ 863.9 ਦੇ ਕਰੀਬ ਕਿਲੋਗ੍ਰਾਮ ਦੇ ਕਰੀਬ ਹੈਰੋਇਨ, 888 ਕਿਲੋਗ੍ਰਾਮ, 8 ਕੁਇੰਟਲ 88 ਕਿਲੋ ਦੇ ਕਰੀਬ ਓਪੀਅਮ। ਅਗਰ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਦਾਂ, ਜਿਹੜੇ ਕਹਿ ਰਹੇ ਐਕਸ਼ਨ ਤਾਂ ਹੋ ਰਹੇ ਆ ਹੁਣ, ਪਹਿਲੀਆਂ ਸਰਕਾਰਾਂ 'ਚ ਨਹੀਂ ਹੋਏ। ਔਰ ਇਹ ਆਪਣਾ ਚਸ਼ਮਾ ਫੇਰ ਸਾਡੀ ਤੇ ਥੋਪਣ ਦੀ ਕੋਸ਼ਿਸ਼ ਕਰਦੇ ਨੇ KP ਜੀ। ਚਲੋ ਮੈਨੂੰ ਇੱਕ ਚੀਜ਼ ਦੱਸ ਦਿਓ ਪਾਸੀ ਸਾਹਿਬ, ਇੱਕ ਚੀਜ਼ ਦੱਸ ਦਿਓ, ਜਿਹੜੇ ਤਿੰਨ ਲਿਫਾਫੇ ਤੁਹਾਡੇ ਕੋਲ ਪਹੁੰਚ ਗਏ ਆ, ਇਹਨਾਂ ਲਿਫਾਫਿਆਂ ਤੇ ਐਕਸ਼ਨ ਵਾਲਾ ਟਵੀਟ ਕਦੋਂ ਮੈਂ ਦੇਖੂੰਗਾ, ਕਦੋਂ ਪੜੂੰਗਾ?
सर बिल्कुल एक्शन बहुत जल्द हो रहा है क्योंकि हाई कोर्ट ने पैरा नंबर 19 क्लियर करता कि स्टेट कैन टेक एक्शन ऑन दीज 2 रिपोर्ट्स एंड अदर रिपोर्ट्स विच दी स्टेट हैव और ये तुसी देखोगे कि एक्शन बिल्कुल इमीडिएटली स्टार्ट है बख्शिया कोई नहीं जाएगा क्योंकि देखो मैं एक चीज कहना ਆਪਾਂ ਇਹਨੂੰ ਪੋਲੀਟੀਕਲ ਡਿਬੇਟ ਨੂੰ ਪੋਲੀਟੀਕਲ ਇਕੱਲਾ ਨਾ ਦੇਖਿਆ ਜਾਏ ਤਾਂ ਪੰਜਾਬ ਦੇ ਵਿੱਚ ਜਿਹੜਾ ਇਹ ਚਿੱਟੇ ਦਾ ਇੱਕ ਮਹਾਜਾਲ ਫੈਲਿਆ ਹੈ ਨਾ ਇਹਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਖਾਸ ਕਰ ਜਿਹੜਾ ਇਹ ਸਿੰਥੈਟਿਕ ਨਸ਼ਾ ਔਰ ਚਿੱਟਾ ਨਸ਼ਾ ਔਰ ਇਹ ਤੇ ਪਾਸਾ ਇੱਕ ਮਿੰਟ ਮੈਂ ਪਾਸਾ ਮੈਨੂੰ ਇੱਕ ਚੀਜ਼ ਦੱਸ ਦਿਓ ਇਹ 'ਚ ਪੋਲੀਟੀਕਲ ਨੈਕਸਸ ਹੈਗਾ ਇਸ ਡਰੱਗ ਰੈਕਟ ਦੇ ਵਿੱਚ ਸਰ ਉਹ ਜਦੋਂ ਹੁਣ ਐਕਸ਼ਨ ਹੋਏਗਾ ਜਿਨ੍ਹਾਂ ਤੇ ਸਟੇਟ ਐਕਸ਼ਨ ਲਏਗੀ ਸਭ ਦੇ ਨਾਮ ਕਲੀਅਰ ਸਾਹਮਣੇ ਆ ਜਾਣਗੇ ਜੀ ਔਰ ਇਸ ਬਿਲਕੁਲ ਕਿਤੇ ਨਾ ਕਿਤੇ ਤੁਸੀਂ ਦੇਖੋਗੇ ਕਿ ਜੋ ਇਸ ਚ ਇਨਵੋਲਵ ਸੀ ਬਖਸ਼ਿਆ ਕੋਈ ਨਹੀਂ ਜਾਏਗਾ ਕਿਸੇ ਦਾ ਨਾਮ ਲੈਣਾ ਚਾਹੁੰਦੇ ਹੋ ਪਹਿਲਾਂ ਤੁਸੀਂ ਬੜੇ ਨਾਮ ਲੈਂਦੇ ਸੀਗੇ ਮੈਂ ਤਾਂ ਪੁੱਛ ਰਿਹਾ ਦੇਖੋ ਮੈਂ ਮੇਰੇ ਕੋਲੇ ਉਹ ਰਿਪੋਰਟਸ ਦੀ ਜਿਹੜੇ ਜਿਨ੍ਹਾਂ ਦੇ ਨੇਮ ਉਹਨਾਂ ਦੀ ਕਾਪੀ ਨਹੀਂ ਹੈ ਔਰ ਮੈਂ ਕਦੇ ਵੀ ਕਿਸੇ ਚੈਨਲ ਤੇ ਨਾ ਬਿਨਾ ਪ੍ਰੂਫ ਜਾਂ ਬਿਨਾ ਅਥੈਂਟੀਕੇਸ਼ਨ ਚਲੋ ਮੈਂ ਸੌਖਾ ਸਵਾਲ ਕਰ ਦਿੰਦਾ ਸੌਖਾ ਸਵਾਲ ਕਰ ਦੇਣਾ ਪਾਸ ਸਾਹਿਬ ਕਿਸੇ ਵੱਡੇ ਪੋਲੀਟੀਕਲ ਲੀਡਰ ਦਾ ਨਾਮ ਇਹਨਾਂ ਰਿਪੋਰਟਸ ਵਿੱਚ ਹੋ ਸਕਦਾ ਜਾਂ ਐਵੇਂ ਬਿਨਾਂ ਗੱਲ ਤੋਂ ਐਵੇਂ ਪੋਲਿਟਿਕਸ ਕਰੀ ਜਾਂਦੇ ਸਾਰੇ ਲੋਕ ਵੀ ਉਹਦਾ ਨਾਮ ਦਾ ਪਿਛਲੀ ਕਾਂਗਰਸ ਸਰਕਾਰ FIR ਚ ਪਾਈ ਚੁੱਕੀ ਸੀ ਜੀ ਅਰੈਸਟ ਵੀ ਹੋ ਗਈ ਸੀ ਇੱਕ ਬਹੁਤ ਵੱਡੇ ਲੀਡਰ ਦੀ ਤੇ ਨਾਮ ਲੈਣ ਤੋਂ ਕਿਉਂ ਘਬਰਾ ਰਹੇ ਹੋ ਪਾਸ ਸਾਹਿਬ ਸਰ ਆਣ ਦੋ ਨਾ ਇਹ ਲਿਸਟ ਤਾਂ ਬਾਹਰ ਆ ਜਾਣ ਦੋ ਸਰ ਫਿਰ ਆਪਾਂ ਇੱਕ ਨਾਮ ਬੋਲ ਕੇ ਬੋਲਾਂਗੇ ਜੀ ਚਲੋ ਮੈਂ ਥੋੜਾ ਬ੍ਰੇਕ ਲੈਣਾ ਮੈਂ ਆ ਰਿਹਾ ਬ੍ਰੇਕ ਲੈ ਲਵਾਂ ਬ੍ਰੇਕ ਤੋਂ ਵਾਪਸ ਆਵਾਂਗੇ ਬਾਕੀ ਮਹਿਮਾਨਾਂ ਕੋਲ ਜਾਵਾਂਗੇ 3 ਲਿਫਾਫਿਆਂ 'ਚ ਕੌਣ ਹੋਵੇਗਾ ਬੇਨਕਾਬ ਸਾਡਾ ਸਵਾਲ ਇਹੀ ਹੈ ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਮੁੱਖ ਮੰਤਰੀ ਕੋਲ ਪੁੱਜੀਆਂ ਡਰੱਗ ਕੇਸ ਦੀਆਂ ਰਿਪੋਰਟਸ ਤੇ ਰਾਜਨੀਤੀ ਤੋਂ ਅੱਗੇ ਕੀ ਹੈ ਪੁਲਰ ਸਾਹਿਬ ਉਂਗਲ ਤੁਹਾਡੇ ਤੇ ਚੁੱਕੀ ਜਾਂਦੀ ਹੈ ਵਾਰ-ਵਾਰ ਕਿ ਚਿੱਟੇ ਦਾ ਦੌਰ ਹੈ ਅਕਾਲੀ ਭਾਜਪਾ ਇੱਥੇ ਲੈ ਕੇ ਆਈ ਹੈ ਪੁਲਰ ਸਾਹਿਬ ਦੇਖੋ ਗੱਲ ਇਸ ਤਰ੍ਹਾਂ ਹੈ ਵੀ ਕਿੱਥੋਂ ਆਇਆ ਕਿਸ ਤਰ੍ਹਾਂ ਆਇਆ ਨਸ਼ੇ ਕਿਸ ਤਰ੍ਹਾਂ ਚੱਲ ਰਹੇ ਸੀਗੇ ਅੱਜ ਡਿਬੇਟ ਦਾ ਇਸ਼ੂ ਹੈਗਾ ਵੀ ਅੱਜ ਦੀ ਜਿਹੜੀ ਸਰਕਾਰ ਹੈ ਉਹਨੇ ਕੀਤਾ ਕੀ ਹੈ ਜਿਹੜੀ ਸਰਕਾਰ ਇਹ ਕਹਿੰਦੀ ਸੀ ਸਰਕਾਰ ਚੋਣ ਤੋਂ ਪਹਿਲਾਂ ਵੀ ਅਸੀਂ 4 ਹਫ਼ਤਿਆਂ ਦੇ ਵਿੱਚ ਜਿਹੜਾ ਹੈਗਾ ਚਿੱਟੇ ਦਾ ਕੰਮ ਖਤਮ ਕਰ ਦਾਂਗੇ ਪੰਜਾਬ ਦੇ ਵਿੱਚੋਂ ਦੀ ਅੱਜ ਤਾਦਾਦ ਕੀ ਹੈ ਲੋਕ ਪਹਿਲਾਂ ਬਗੈਰ ਡੋਜ਼ ਤੋਂ ਮਰਦੇ ਸੀਗੇ ਅੱਜ ਓਵਰਡੋਜ਼ ਨਾਲ ਮਰ ਰਹੇ ਆ ਜਿਹੜਾ ਇੱਕ ਫਿਗਰ ਦਿੱਤਾ ਜਾ ਰਿਹਾ ਸੀ ਉਹਨੇ 17,000 ਇੰਨੇ ਲੋਕ ਅਸੀਂ ਅੰਦਰ ਕਰਤੇ ਜਿਹੜੇ ਇੰਜੈਕਸ਼ਨ ਲੈਂਦੇ ਸੀ ਜਾਂ ਜਿਹੜੇ ਡਰੱਗ ਲੈਂਦੇ ਸੀ ਉਹਨਾਂ ਨੂੰ ਫੜ ਕੇ ਤੁਸੀਂ ਅੰਦਰ ਕਰਤਾ ਇੱਕ ਸਿੰਗਲ ਬੰਦਾ ਉਹ ਦੱਸੋ ਤੁਸੀਂ ਜਿਹੜਾ 1 ਸਾਲ ਦੇ ਵਿੱਚ ਜਿਹੜਾ ਡਰੱਗ ਸਮਗਲਰ ਕੋਈ ਵੱਡਾ ਅੰਦਰ ਕੀਤਾ ਹੋਵੇ ਜਿਹਨੂੰ ਫੜ ਕੇ ਤੁਸੀਂ ਅੰਦਰ ਕੀਤਾ ਹੋਵੇ ਆਮ ਅਸੀਂ ਵੇਖਦੇ ਰਹੇ ਹਾਂ ਜਿਹੜਾ ਮੀਡੀਆ ਦੇ ਵਿੱਚ ਨਸ਼ਰ ਹੁੰਦੀਆਂ ਰਹੀਆਂ ਰਿਪੋਰਟਾਂ ਕਿਤੇ ਸਰਪੰਚ ਕੋਈ ਪਿੱਟ ਰਿਹਾ ਕਿ ਮੈਂ ਰਿਪੋਰਟ ਕਰਦਾ ਵੀ ਮੇਰੇ ਪਿੰਡ 'ਚ ਫਲਾਣੇ ਘਰ ਜਿਹੜੇ ਨੇ ਉੱਥੇ ਨਸ਼ਾ ਵਿਕਦਾ ਹੈ ਲੇਕਿਨ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਉਲਟਾ ਉਹਨਾਂ ਲੋਕਾਂ ਦੇ ਖਿਲਾਫ ਪਰਚੇ ਦਰਜ ਹੋਣੇ ਸ਼ੁਰੂ ਹੋ ਗਏ ਤੁਹਾਡੇ ਮੀਡੀਆ ਦੇ ਸਾਥੀਆਂ ਨੇ ਰਿਪੋਰਟ ਦਿੱਤੀ ਅੰਮ੍ਰਿਤਸਰ ਦੇ ਇੱਕ ਇਲਾਕੇ ਦੀ ਵੀ ਉੱਥੇ ਕਿਸ ਤਰੀਕੇ ਨਾਲ ਜਿਹੜੀਆਂ ਕੁੜੀਆਂ ਨੇ ਉਹ ਡਿੱਗੀਆਂ ਫਿਰਦੀਆਂ ਨੇ ਕਿਸ ਤਰੀਕੇ ਨਾਲ ਉੱਥੇ ਨਸ਼ਾ ਚੱਲ ਰਿਹਾ ਕਿਸ ਤਰੀਕੇ ਨਾਲ ਵਿਕਦਾ ਪੁਲਿਸ ਉੱਥੇ ਜਾਂਦੀ ਉਹਨੂੰ ਲੱਭਦਾ ਹੀ ਕੱਖ ਨਹੀਂ ਕਿਉਂਕਿ ਜਿਹੜਾ ਪੁਲਿਸ ਦਾ ਮਹਿਕਮਾ ਅੱਜ ਪੰਜਾਬ ਦੇ ਵਿੱਚ ਉਹਦੇ ਵਿੱਚ ਇੰਨੀਆਂ ਕਾਲੀਆਂ ਭੇਡਾਂ ਨੇ ਜਿਹੜੀਆਂ ਨਸ਼ੇ ਦੇ ਵਿੱਚ ਆਲਰੇਡੀ ਵਪਾਰ 'ਚ ਲੱਗੀਆਂ ਹੋਈਆਂ ਜਿਹੜੀਆਂ ਥਾਣਿਆਂ ਤੋਂ ਜਿਹੜੇ ਸਰਕਾਰੀ ਦਫ਼ਤਰਾਂ ਤੋਂ ਰਿਹਾਇਸ਼ਾਂ ਤੋਂ ਡਰੱਗਸ ਜਿਹੜੀਆਂ ਨਹੀਂ ਇੱਕ ਮਿੰਟ ਬੜਾ ਸੌਖਾ ਹੁੰਦਾ ਹੈ ਗੱਲ ਕਹਿਣਾ ਪੁਲਰ ਸਾਹਿਬ ਕਿ ਪੁਲਿਸ 'ਚ ਕਾਲੀਆਂ ਭੇਡਾਂ ਕੋਈ ਹੋਰ ਕਿਸੇ ਵਰਗ 'ਚ ਨਹੀਂ ਹੈਗੀਆਂ ਦੇਖੋ ਇਸ ਪੂਰੇ ਮਾਮਲੇ ਕੋਈ ਸਿਆਸਤ ਵਿੱਚ ਨਹੀਂ ਹੈਗੀ ਕਹਿੰਦਾ ਜਿਹੜੀ ਕੋਈ ਭੇਡ ਕਿਸੇ ਹੋਰ ਥਾਂ ਤੇ ਹੋਗੀ ਪੁਲਿਸ ਦਾ ਕੰਮ ਇਹਨੂੰ ਫੜਨ ਲੇਕਿਨ ਜਿਹੜੀ ਪੁਲਿਸ ਦੇ ਵਿੱਚ ਹੀ ਭੇਡ ਹੈ ਉਹਨੂੰ ਕੌਣ ਫੜੂਗਾ ਆ ਕੇ ਜਿਹੜੀ ਬਾੜੀ ਖਾ ਰਹੀ ਹੈ ਚਲੋ ਮੈਂ ਪੁਲਰ ਸਾਹਿਬ ਉਹਨੂੰ ਕੌਣ ਫੜੂਗਾ ਪੁਲਰ ਸਾਹਿਬ ਮੈਂ ਸਿੱਧਾ ਸਵਾਲ ਕਰਦਾ ਇਹ 3 ਲਿਫਾਫਿਆਂ ਤੋਂ ਡਰ ਤਾਂ ਨਹੀਂ ਲੱਗਦਾ ਪਿਆ ਕਿਹਨੂੰ ਡਰ ਲੱਗਣਾ ਇਹੋ ਜਿਹੇ ਲਿਫਾਫੇ ਤੇ ਇਹਨਾਂ ਨੇ ਪਤਾ ਨਹੀਂ ਕਿੰਨੇ ਖੋਲਤੇ ਸਾਲ ਦੇ ਵਿੱਚ ਔਰ ਲਿਫਾਫੇ ਹੀ ਨਿਕਲੇ ਇਸ ਤੋਂ ਬਾਅਦ ਤੇ ਕੁਝ ਨਹੀਂ ਹੋਇਆ ਤੁਸੀਂ ਇਹ ਦੱਸੋ ਕਿ ਜਿਹੜੇ ਲੋਕ ਐਲੀਗੇਸ਼ਨ ਲਾਉਂਦੇ ਸੀ ਉਹਨਾਂ ਨੇ ਮਾਫੀਆਂ ਹੀ ਮੰਗ ਲਈਆਂ ਬਾਅਦ 'ਚ ਜਿਹੜੇ ਲੋਕਾਂ ਨੇ ਇਹ ਕਿਹਾ ਕਿ ਅਸੀਂ ਜੀ ਕਰਪਸ਼ਨ ਵਾਲੇ ਜਿਹੜੇ ਹੈਗੇ ਸਾਰੇ ਚੱਕ ਕੇ ਅੰਦਰ ਕਰ ਦਾਂਗੇ ਉਹਨਾਂ ਲਿਫਾਫੇ 'ਚ ਕੀ ਨਿਕਲਿਆ ਅੱਜ ਉਹ ਬਾਹਰ ਹੋਣੇ ਸ਼ੁਰੂ ਹੋ ਗਏ ਮਾਫੀ ਮੰਗੀ ਉਹਦਾ ਨਾਮ ਤਾਂ ਨਹੀਂ ਹੋਊਗਾ ਇਸ ਲਿਫਾਫੇ ਵਿੱਚ ਮੇਰੀ ਗੱਲ ਸੁਣੋ ਇਹ ਤੇ ਹੁਣ ਇਹ ਦੱਸ ਦੇਣਗੇ ਵੀ ਕਿਹਦਾ ਨਾਮ ਆਉਂਦਾ ਕਿਹਦਾ ਨਹੀਂ ਆਉਂਦਾ ਤੁਸੀਂ ਨਾਮ ਲੈਣ ਤੋਂ ਉਹ ਵੀ ਘਬਰਾਉਂਦੇ ਪਏ ਤੁਸੀਂ ਵੀ ਘਬਰਾ ਰਹੇ ਨਾ ਮੈਂ ਤਾਂ ਨਹੀਂ ਘਬਰਾਉਂਦਾ ਅਸੀਂ ਕਿਉਂ ਘਬਰਾਵਾਂਗੇ ਜਿਹੜੇ ਬੰਦੇ ਨੂੰ ਆਲਰੇਡੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਜਿਹੜਾ ਆਪਣਾ ਜੇਲ੍ਹ ਭੁਗਤ ਕੇ ਆ ਕੇ ਔਰ ਕਲੀਅਰ ਕੱਟ ਬਾਹਰ ਆਏ ਨੇ ਸੁਪਰੀਮ ਕੋਰਟ ਚੈਲੰਜ ਹੋ ਚੁੱਕਿਆ ਹੋ ਜਾਵੇ ਜੀ ਜੇਕਰ ਉਹਨਾਂ ਦੇ ਖਿਲਾਫ ਕੋਈ ਨਿਕਲੂਗਾ ਤੇ ਉਹ ਸਜ਼ਾ ਮਿਲ ਜੂਗੀ ਠੀਕ ਹੈ ਮੈਂ ਵਾਪਸ ਆਉਂ ਅਰਸ਼ਪ੍ਰੀਤ ਖਡਿਆਲ ਮੈਨੂੰ ਇੱਕ ਚੀਜ਼ ਸਮਝਾਓ ਕਿ ਇਹ ਲਿਫਾਫੇ ਆ ਜਿਹੜੇ
ਉਹ ਹਾਈ ਕੋਰਟ ਨੇ ਕਿਹਾ ਵੀ ਅਸੀਂ ਖੋਲ੍ਹੇ ਆ ਪਹਿਲਾਂ ਤੇ ਹੁਣ ਤੁਸੀਂ ਐਕਸ਼ਨ ਲਓ, ਜਾਂ ਇਹ ਪਹਿਲਾਂ ਤੋਂ ਹੀ ਰਿਪੋਰਟਾਂ ਸਰਕਾਰ ਕੋਲ ਸੀ, ਸਰਕਾਰ ਖੋਲ ਸਕਦੀ ਸੀ? ਮੈਨੂੰ ਪਹਿਲਾਂ ਕਲੈਰੀਫਿਕੇਸ਼ਨ ਦਿਓ। ਦੇਖੋ, ਸੀਲਡ ਰਿਪੋਰਟਸ ਆਨਰੇਬਲ ਕੋਰਟ ਦੇ ਵਿੱਚ ਸੀਗੀਆਂ, ਆਨਰੇਬਲ ਕੋਰਟ ਨੇ ਸੀਲਡ ਰਿਪੋਰਟ ਖੋਲੀ, ਡਾਇਰੈਕਸ਼ਨ ਹੋ ਗਈ ਹੈ ਵੀ ਸਟੇਟ ਐਕਸ਼ਨ ਲੈ ਸਕਦੀ ਹੈ। ਸਾਡੇ ਵੇਲੇ ਸਬਮਿਟ ਹੋਈਆਂ ਤੇ ਇਹਨਾਂ ਦੇ ਵੇਲੇ ਰਿਪੋਰਟ ਜੇ ਖੁੱਲ ਗਈ ਹੈ ਤੇ ਆਮ ਆਦਮੀ ਪਾਰਟੀ ਨੂੰ 6 ਦਿਨ ਦੀ ਵੀ ਵੇਟ ਕਰਨ ਦੀ ਲੋੜ ਨਹੀਂ ਸੀ। 6 दिन भी क्यों इंतजार किया? जो गरजते हैं वो बरसते नहीं, और जो बरसते हैं वो गरजते नहीं। 12 ਮਹੀਨੇ ਦੀ ਸਰਕਾਰ ਦੇ ਵਿੱਚ ਇਹਨਾਂ ਨੇ ਪੰਜਾਬ ਦਾ ਜੋ ਫਿਊਚਰ ਸੀ, ਪੰਜਾਬ ਦਾ ਯੂਥ ਸੀ, ਉਹਨਾਂ ਨੂੰ ਮਤਲਬ ਇਹਨਾਂ ਕ ਹੈਂਪਰ ਕੀਤਾ, ਇਹਨਾਂ ਉਹਨਾਂ ਦੇ ਫਿਊਚਰ ਨੂੰ ਕਰਟੇਲ ਕੀਤਾ, ਬਿਕੋਜ਼ ਕੋਈ ਮੈਨੇਜਮੈਂਟ ਹੀ ਨਹੀਂ, ਕੋਈ ਐਕਸ਼ਨ ਹੀ ਨਹੀਂ। ਇਹਨਾਂ ਦੀ ਮਿਸ ਮੈਨੇਜਮੈਂਟ ਕਰਕੇ ਅੱਜ ਪੰਜਾਬ ਖਾਮਿਆਜ਼ਾ ਭੁਗਤ ਰਿਹਾ। ਫॉर एग्जांपल ਤੁਸੀਂ ਕੇਸਾਂ ਦੇ ਆਪਣਾ ਉਦਾਹਰਨ ਲੈ ਲਓ, ਪੌਪੀ ਹਸਕ ਵੀ ਜ਼ਿਆਦਾ ਰਜਿਸਟਰ ਆਪਣਾ ਮਿਲੀ ਹੈ, ਹੈਰੋਇਨ ਵੀ ਜ਼ਿਆਦਾ ਰਿਕਵਰ ਹੋਈ ਹੈ, ਓਪੀਐਮ ਵੀ ਜ਼ਿਆਦਾ ਰਿਕਵਰ ਹੋਈ ਹੈ, केसेस भी ज्यादा रजिस्टर हुए हैं, लेकिन एक्शन पेडलर्स के खिलाफ नहीं, यूजर्स के खिलाफ लिया जा रहा है। सर जेडे यूजर्स ने ਉਹਨਾਂ ਨੂੰ ਤਾਂ ਰੀਹੈਬ ਸੈਂਟਰ ਦੇ ਵਿੱਚ ਪਾਇਆ ਜਾਵੇ ਤਾਂ ਕਿ ਉਹਨਾਂ ਦੀ ਜਵਾਨੀ ਬਚੇ, ਉਹਨਾਂ ਦਾ ਪਰਿਵਾਰ ਬਚੇ, ਤੇ ਐਕਸ਼ਨ ਪੈਡਲਰਸ ਦੇ ਖਿਲਾਫ ਲੈਣਾ ਚਾਹੀਦਾ ਸੀ ਤੁਹਾਨੂੰ, ਤਾਂ ਕਿ ਇਹ ਮੇਕ ਸ਼ੋਰ ਹੁੰਦਾ ਕਿ ਇਹ ਜੜ ਤੋਂ ਚੀਜ਼ ਖਤਮ ਹੋਵੇ, ਅੱਗੇ ਆਉਣ ਵਾਲੀਆਂ ਪੁਸ਼ਤਾਂ ਨਸਲਾਂ ਨਾ ਖਰਾਬ ਹੋਣ। ਲੇਕਿਨ ਪੈਡਲਰ ਮੈਨੂੰ ਇੱਕ ਪਾਸੀ ਸਾਹਿਬ ਨਾਮ ਦੱਸਣ ਜਿਹੜਾ ਪੈਡਲਰ ਇਹਨਾਂ ਨੇ ਫੜਿਆ ਹੋਵੇ। ਸਾਡੇ ਵੇਲੇ ਅਸੀਂ ਮੇਕ ਸ਼ੋਰ ਕੀਤਾ 77,000 ਕੇਸ ਰਜਿਸਟਰ ਹੋਏ ਅਗੇਂਸਟ ਡਰੱਗ ਪੈਡਲਰਸ, ਨਾਟ ਯੂਜ਼ਰਸ। ਦੂਜਾ ਬਾਹਰੋਂ ਫੜ ਕੇ ਲੈ ਕੇ ਆਉਂਦੇ ਸੀਗੇ ਅਮਰੀਕਾ, ਕੈਨੇਡਾ, ਅਫਰੀਕਾ। ਤੇ ਤੀਜਾ ਅਸੀਂ ਡਿਮਾਂਡ ਕੀਤੀ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਫॉर एग्जांपल ਲਾਈਫ ਇੰਪ੍ਰਿਜ਼ਨਮੈਂਟ, ਉਮਰ ਕੈਦ ਜੇ ਕੋਈ ਨਸ਼ਾ ਵੇਚਦਾ ਹੈ ਫॉर अ ड्रग ਪੈਡਲਰ। ਚੌਥਾ, ਆਮ ਆਦਮੀ ਪਾਰਟੀ ਨੂੰ ਮੈਂ ਇਹ ਆંકੜਿਆਂ ਦੀ ਸਟੈਟਿਸਟਿਕਸ ਦੀ ਬੜੀ ਗੱਲ ਕਰਦੇ ਕੇਪੀ ਜੀ, ਐਨਸੀਆਰਬੀ ਦਾ ਡੇਟਾ ਕਹਿੰਦਾ ਐਨਡੀਪੀਐਸ ਰਿਲੇਟਡ ਕ੍ਰਾਈਮ ਦੇ ਵਿੱਚ ਪੰਜਾਬ ਦਾ ਰੈਂਕ 1 ਆਇਆ। ਤੁਸੀਂ ਬੜੇ ਆંકੜਿਆਂ ਦੀ ਸਟੈਟਿਸਟਿਕਸ ਦੀ ਗੱਲ ਕਰਦੇ ਹੋ, ਇਹ ਆંકੜੇ ਬਾਰੇ ਕੀ ਕਹੋਗੇ? ਪੰਜਵੀਂ ਗੱਲ ਇਹ ਹੈ ਕਿ ਕੰਸਪੀਕੁਅਸ ਹੈ ਕਿ ਪੰਜਾਬ ਦੇ ਵਿੱਚ ਖੁੱਲ੍ਹੇਆਮ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਤੁਹਾਡੀ ਸਰਕਾਰ ਐਕਸ਼ਨ ਕਿਉਂ ਨਹੀਂ ਲੈ ਰਹੀ? ਡਰ ਕਿਉਂ ਰਹੀ ਹੈ? ਤੁਸੀਂ ਤਾਂ ਕਿਹਾ ਸੀ ਖਤਮ ਕਰ ਦਾਂਗੇ, ਉਹ ਡਬਲ ਟ੍ਰਿਪਲ ਕੁਆਡਰਪਲ ਹੋਈ ਜਾਂਦਾ ਹੈ, ਖੁੱਲ੍ਹੇਆਮ ਸ਼ਰੇਆਮ ਵਿਕ ਰਿਹਾ। ਲੋਕ ਜਦੋਂ ਸ਼ਿਕਾਇਤ ਲਾਉਂਦੇ ਆ, ਲੋਕਾਂ ਖਿਲਾਫ ਕਾਰਵਾਈ ਕਰ ਦਿੰਦੇ ਆ, ਜਿਹੜਾ ਵੇਚਦਾ ਉਹਦੇ ਖਿਲਾਫ ਕਾਰਵਾਈ ਨਹੀਂ ਕਰ ਪਾ ਰਹੇ, ਤਾਂ ਕਰਕੇ ਮਾਵਾਂ ਨੂੰ ਆਪਦੇ ਪੁੱਤ ਸੰਗਲਾ ਨਾ ਬੰਨਣੇ ਪੈ ਰਹੇ ਹੈ ਵੀ ਸਾਡਾ ਪੁੱਤ ਬਾਜੇ। ਸੋ ਇਹਨਾਂ ਨੇ 12 ਮਹੀਨਿਆਂ ਦੇ ਵਿੱਚ ਪੰਜਾਬ ਦਾ ਅਸਰ ਕੀਤਾ ਜੋ ਕੋਈ 5 ਸਾਲਾਂ 'ਚ ਨਹੀਂ ਕਰ ਸਕਦਾ। ਖੜਿਆਲ ਸਾਹਿਬ ਮੈਨੂੰ ਇੱਕ ਚੀਜ਼ ਦੱਸੋ, ਇਹਨਾਂ ਦੀ ਸਰਕਾਰ ਆਉਣ ਤੋਂ ਬਾਅਦ ਹੀ ਚਿੱਟਾ ਸ਼ਰੇਆਮ ਹੋ ਗਿਆ, ਇਸ ਤੋਂ ਪਹਿਲਾਂ ਨਹੀਂ ਸੀ? ਵੱਧ ਗਿਆ, ਡਬਲ ਟ੍ਰਿਪਲ ਕੁਆਡਰਪਲ ਹੋ ਗਿਆ। ਤੇ ਐਨਸੀਆਰਬੀ ਦੀ ਰਿਪੋਰਟ ਵੀ ਕਹਿ ਰਹੀ ਹੈ ਵੀ ਐਨਡੀਪੀਐਸ ਰਿਲੇਟਡ ਕ੍ਰਾਈਮ ਦੇ ਵਿੱਚ ਪੰਜਾਬ ਦਾ ਰੈਂਕ 1 ਆਇਆ ਹੈ। ਐਨਸੀਆਰਬੀ ਦਾ ਡਾਟਾ ਕਿਹੜੀ ਡੇਟ ਤੱਕ ਹੈ? 2023 ਤੱਕ ਹੈ। ਇਹਨਾਂ ਦੀ ਸਰਕਾਰ ਆਉਣ ਦਾ ਕਾਰਜਕਾਲ ਉਹਨਾਂ ਨੇ ਵਿੱਚ ਕਾਊਂਟ ਬਿਲਕੁਲ ਬਿਲਕੁਲ ਵਿੱਚ ਇਨਕਲੂਡਡ। ਪਾਸੀ ਸਾਹਿਬ ਇਹ ਐਡਮਿਟ ਕਰਦੇ ਪਏ ਆ ਕਿ ਸਾਡੀਆਂ ਸਰਕਾਰਾਂ ਵੇਲੇ ਵੀ ਹੁੰਦਾ ਸੀ ਚਿੱਟਾ, ਪਰ ਜਦੋਂ ਤੁਸੀਂ ਆਏ ਹੋ ਇਹ ਵੱਧ ਗਿਆ। ਪਾਸੀ ਸਾਹਿਬ ਤੇ ਨਾਲ ਐਨਸੀਆਰਬੀ ਦਾ ਡਾਟਾ ਦੇ ਰਹੇ ਆ ਪਾਸੀ ਸਾਹਿਬ, ਤੇ ਸਾਡੀ ਚ ਐਕਸ਼ਨ ਵੀ ਹੁੰਦਾ ਸੀ ਸਰਕਾਰ। ਇਹ ਸਿਰਫ ਇੱਕ ਲੈਕਚਰ ਦੇ ਰਹੇ ਆ, ਹੋਰ ਕੁਝ ਨਹੀਂ ਕਰ ਰਹੇ। ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਇਹ ਚਿੱਟੇ ਦਾ ਕਾਰੋਬਾਰ ਸ਼ੁਰੂਆਤ ਹੁੰਦੀ ਆ ਅਕਾਲੀ ਬੀਜੇਪੀ ਦੇ ਟਾਈਮ ਤੇ ਪੁਸ਼ਤ ਪਨਾਹੀ ਮਿਲਦੀ ਆ ਕਾਂਗਰਸ ਦੇ ਸਮੇਂ, ਔਰ ਜਿਹੜਾ ਇਹ ਗੱਲ ਕਰ ਰਹੇ ਆ ਪੰਜਾਬ ਨੂੰ, ਇਹ ਗੱਲ ਕਰ ਰਹੇ ਆ, ਸੁਣ ਲਓ ਮੇਰੀ ਸਰ 10 ਕਰੋੜ ਜਿਹੜਾ ਡਰੱਗ ਯੂਜ਼ਰਸ ਪੂਰੇ ਹਿੰਦੁਸਤਾਨ ਦੇ ਵਿੱਚ ਵਧਿਆ, ਉਹ ਚੈੱਕ ਲਓ ਡਾਟਾ ਕੰਪਲੀਟ। ਔਰ ਤੀਸਰੀ ਚੀਜ਼ ਇਹ ਕਹਿ ਰਹੇ ਆ ਐਕਸ਼ਨ ਨਹੀਂ ਹੋ ਰਿਹਾ। ਆ ਮੈਂ ਇੱਕ ਤੁਹਾਡੇ ਚੈਨਲ ਤੋਂ ਅਗਰ ਨਜ਼ਰ ਆ ਰਹੀ ਹੈ, ਇਹ 14 ਮਾਰਚ 2023 ਪੁਲਿਸ ਆਫੀਸਰ ਸੁਖਚੈਨ ਸਿੰਘ ਗਿੱਲ ਜੀ ਦੀ ਸਟੇਟਮੈਂਟ ਹੈ। ਇਹ ਕਹਿ ਰਹੇ ਆ ਸਮਗਲਰਸ ਨਹੀਂ ਪਕੜੇ ਜਾ ਰਹੇ। ਉਹ ਕਹਿੰਦੇ 1628 ਬਿਗ ਫਿਸ਼ ਪਕੜੀਆਂ ਗਈਆਂ ਪੰਜਾਬ ਦੇ ਵਿੱਚ ਪਿਛਲੇ 1 ਸਾਲ ਦੇ ਵਿੱਚ। ਆ ਮੈਂ ਤੁਹਾਡੇ ਚੈਨਲ ਤੋਂ ਦਿਖਾ ਰਿਹਾ। ਇਹ ਸਿਰਫ ਔਰ ਸਿਰਫ ਪਾਸੀ ਸਾਹਿਬ 1628 ਬਿਗ ਫਿਸ਼ ਤੁਸੀਂ ਕਿਹਾ, ਇੱਕ ਵੱਡੀ ਫਿਸ਼ ਦਾ ਨਾਮ ਤੁਸੀਂ ਦੱਸ ਦਿਓ। ਸਰ ਇਹਦੇ 'ਚ ਪੂਰੀ ਡਿਟੇਲ ਹੈ, ਨੇਮਸ ਵੀ ਪੜ ਲੈਣਗੇ। ਔਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਕਿ ਜਿਹੜਾ ਇਹ ਕਹਿ ਰਹੇ ਆ, ਇੱਕ ਗੱਲ ਅਕਾਲੀ ਦਲ ਵਾਲੇ ਬਾਰ-ਬਾਰ ਕਹਿ ਦਿੰਦੇ ਆ ਜੀ ਮਾਫੀ ਮੰਗੀ ਸੀ, ਉਦੋਂ ਸਾਡੀ ਸਰਕਾਰ ਨਹੀਂ ਸੀ, ਲੇਕਿਨ ਜਿਹੜੀ ਸਰਕਾਰ ਨੇ ਥੋੜੀ ਜਿਹੀ ਤਫਤੀਸ਼ ਕੀਤੀ ਉਸੇ ਸਰਕਾਰ ਦੇ ਵਿੱਚ ਇਹਨਾਂ ਦੇ ਵੱਡੇ ਲੀਡਰ ਦਾ ਨਾਮ ਆ ਗਿਆ, FIR ਵੀ ਹੋ ਗਈ, ਅਰੈਸਟ ਵੀ ਹੋਈ। ਔਰ ਇਹ ਲੋਕ ਇੱਥੋਂ ਤੱਕ ਚੱਲੇ ਆ ਕਿ ਜਦੋਂ ਉਹਨਾਂ ਦੀ ਜ਼ਮਾਨਤ ਹੋ ਰਹੀ ਹੈ ਤਾਂ ਫੁੱਲ ਬਰਸਾ ਰਹੇ ਆ ਕਿ ਜਿੱਦਾਂ ਕੋਈ ਸੰਤ ਆ ਰਹੇ ਆ ਬਾਹਰ। ਨਹੀਂ ਪਾਸੀ ਸਾਹਿਬ ਬੇਲ ਕਿਉਂ ਹੋ ਗਈ ਫਿਰ? ਜੇ ਕੇਸ ਹੀ ਇੰਨਾ ਮਜ਼ਬੂਤ ਸੀਗਾ ਤੇ ਬੇਲ ਕਿਉਂ ਹੋ ਗਈ ਫਿਰ? ਦੇਖੋ ਇਹਦੇ ਵਿੱਚ ਹਾਈ ਕੋਰਟ ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਦੇ ਸਮੇਂ ਇਹਨਾਂ ਦੇ ਖਿਲਾਫ ਬਣਾਈ ਗਈ FIR ਲਿਖੀ ਗਈ ਹੈ, ਉਹਨਾਂ ਦੇ ਕੁਝ ਆਧਾਰਾਂ ਦੇ ਉੱਤੇ ਬੇਲ ਹੋਈ ਹੈ। ਲੇਕਿਨ ਹਾਈ ਕੋਰਟ ਨੇ ਉਸ ਦਿਨ ਇਹ ਤਾਂ ਨਹੀਂ ਕਿਹਾ ਕਿ ਬੇਲ ਕੈਸ਼ ਕੀਤੀ ਜਾਂਦੀ ਹੈ, ਇਨਵੈਸਟੀਗੇਸ਼ਨ ਤਾਂ ਚੱਲ ਰਹੀ ਹੈ। ਚਲ ਹਾਈ ਕੋਰਟ ਨੇ ਇਹ ਵੀ ਨਹੀਂ ਕਿਹਾ ਵੀ ਇਹ ਬੇਲ ਕੈਸ਼ ਕਰ ਦੋ, ਸੌਰੀ FIR ਕੈਸ਼ ਕਰ ਦੋ। ਚਲੋ मैं छोटा ब्रेक लगे वापस आ रहा, मैं आ रहे हैं वापस।
ਚਿੱਟੇ ਦੀ ਕਾਲੀ ਖੇਡ 'ਚ ਕਿੰਨੇ ਖਿਡਾਰੀ ਹੈ? 3 ਲਿਫਾਫੇ 'ਚ ਕੌਣ ਬੇਨਕਾਬ ਹੋਵੇਗਾ? ਸਾਡਾ ਸਵਾਲ ਇਹੀ, ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਮੁੱਖ ਮੰਤਰੀ ਕੋਲ ਪੁੱਜੀਆਂ ਡਰੱਗ ਕੇਸ ਦੀਆਂ ਰਿਪੋਰਟਸ ਤੇ ਰਾਜਨੀਤੀ ਤੋਂ ਅੱਗੇ ਕੀ ਹੈ। ਲਕੇਸ਼ ਨਾਰਾਇਣ ਸਾਹਿਬ, ਇਹ ਕੁੱਲ ਕਿੰਨੇ ਰਿਪੋਰਟਸ ਹੈਗੀਆਂ ਜਿਹੜੀਆਂ ਹਾਈ ਕੋਰਟ ਨੇ ਖੁਲਵਾਉਣੀਆਂ ਜਾਂ ਖੁੱਲ੍ਹ ਰਹੀਆਂ? 3 ਤਾਂ ਸਾਡੇ ਕੋਲ ਸੀਐਮ ਸਾਹਿਬ ਨੇ ਦੱਸਤੀਆਂ। ਦੇਖੋ ਕੇਪੀ ਜੀ, ਮੈਨੂੰ ਪੂਰੀ ਰਿਪੋਰਟ ਦੀ ਜਾਣਕਾਰੀ ਤਾਂ ਨਹੀਂ ਹੈ, ਤਾਂ ਪਾਸੀ ਸਾਹਿਬ ਵੀ ਬਿਹਤਰ ਦੱਸ ਸਕਦੇ ਨੇ, ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਨਾ ਕਿ ਚਲੋ ਬਾਕੀ ਲੋਕਾਂ ਨੇ ਚਾਹੇ ਨਾਮ ਲੈਣ ਤੋਂ ਗੁਰੇਜ਼ ਕੀਤਾ, ਪਰ ਕਾਂਗਰਸ ਸਰਕਾਰ ਨੇ ਜਾਣ ਲੱਗੇ ਪੋਲੀਟੀਕਲ ਵੈਂਡੇਟਾ ਲਈ ਇੱਕ ਬੰਦੇ ਤੇ ਐਨਡੀਪੀਐਸ ਦੀ ਐਫਆਈਆਰ ਕਰਤੀ ਜ਼ੀਰੋ ਰਿਕਵਰੀ ਕੇਸ ਦੇ ਵਿੱਚ। ਉਹਨਾਂ ਦੀ ਸਰਕਾਰ ਚਲੀ ਗਈ। ਉਸ ਤੋਂ ਬਾਅਦ ਨਵੀਂ ਨਵੇਲੀ ਸਰਕਾਰ ਆ ਗਈ ਜਿਹੜੀ ਅੱਜ ਤੱਕ ਵੀ ਉਸ ਕੇਸ 'ਚ ਚਲਾਨ ਪੇਸ਼ ਨਹੀਂ ਕਰ ਸਕੀ, ਤੇ ਤਫਤੀਸ਼ ਦੇ ਵਿੱਚ ਜਦੋਂ ਇਹਨਾਂ ਨੇ ਅੱਜ ਤੱਕ ਕੁਝ ਕੱਢਿਆ ਹੀ ਨਹੀਂ ਆ, ਤਾਂ ਹੁਣ ਐਸੀ ਕਿਹੜੀ ਨਵੀਂ ਚੀਜ਼ ਆ ਜਿਹੜੀ ਪਾਸੀ ਜੀ ਲੈ ਆਣਗੇ? ਮੈਨੂੰ ਨਾਰਾ ਸਾਹਿਬ ਇੱਕ ਚੀਜ਼ ਦੱਸੋ, ਤੁਸੀਂ ਨਾਮ ਕੋਈ ਵੀ ਨਹੀਂ ਲੈ ਰਿਹਾ, ਮੈਂ ਨਾਮ ਲੈ ਕੇ ਤੁਹਾਡੇ ਤੋਂ ਸਵਾਲ ਕਰ ਰਿਹਾ। ਬਿਕਰਮ ਸਿੰਘ ਮਜੀਠੀਆ ਨੂੰ ਜਾਣ ਬੁੱਝ ਕੇ ਸਿਆਸੀ ਰੰਜਿਸ਼ ਕਰਕੇ, ਪੋਲੀਟੀਕਲ ਵੈਂਡੇਟਾ ਕਰਕੇ ਫਸਾਇਆ ਗਿਆ, ਤੁਸੀਂ ਇਹ ਸਟੇਟਮੈਂਟ ਦੇ ਰਹੇ ਹੋ ਨਾਰਾਇਣ ਸਾਹਿਬ? ਮੈਂ ਇਹ ਨਹੀਂ ਕਹਿ ਰਿਹਾ ਸਰ, ਮੈਂ ਕਹਿ ਰਿਹਾ ਕਿ ਜਿਹੜੀ ਮੈਂ ਤੁਹਾਨੂੰ ਗੱਲ ਸ਼ੁਰੂ ਕੀਤੀ ਕਿ ਡਰਾਮੇਬਾਜ਼ੀਆਂ ਦੀ ਸਰਕਾਰ ਹੈ, ਮੈਂ ਤੁਹਾਨੂੰ ਫਿਰ ਉੱਥੇ ਲਿਆ ਰਿਹਾ ਕਿ ਕਾਂਗਰਸ ਨੇ ਪਹਿਲਾਂ ਇੱਕ ਐਫਆਈਆਰ ਕੀਤੀ। ਇਹਦਾ ਮਤਲਬ ਕਿ ਜਿਹੜੀ ਆਪਾਂ ਸੁਪਰੀਮ ਹਾਈ ਕੋਰਟ 'ਚ ਰਿਪੋਰਟ ਪੈਂਡਿੰਗ ਆ, ਕੋਈ ਸਟੇ ਨਹੀਂ ਸੀਗਾ ਜੇ ਐਫਆਈਆਰ ਦਰਜ ਕਰ ਸਕਦੇ ਆ। ਫਿਰ ਜੇ ਇਹਨਾਂ ਨੇ ਐਫਆਈਆਰ ਦਰਜ ਕੀਤੀ, ਉਸ ਤੋਂ ਬਾਅਦ ਇਹ ਆ ਗਏ। ਇਹਨਾਂ ਦਾ ਫੇਲੀਅਰ ਹੋਇਆ ਕਿ ਇਹ ਸਟਿਪੂਲੇਟਿਡ ਟਾਈਮ 'ਚ ਚਾਰਜ ਸ਼ੀਟ ਫਾਈਲ ਨਹੀਂ ਕਰ ਸਕੇ ਔਰ ਉਹਨਾਂ ਨੂੰ ਹਾਈ ਕੋਰਟ ਤੋਂ ਬੇਲ ਮਿਲ ਗਈ। ਜ਼ੀਰੋ ਰਿਕਵਰੀ ਕੇਸ ਐਨਡੀਪੀਐਸ ਦਾ ਜੇ ਹੈਗਾ ਵਾ, ਤੇ ਮੈਨੂੰ ਇਹ ਦੱਸਣ ਵੀ ਕਿੱਦਾਂ ਆਪਾਂ ਕਿਸੇ ਬੰਦੇ ਨੂੰ ਰੋਕ। ਮੈਨੂੰ ਇੱਕ ਮਿੰਟ ਦੱਸ ਦਿਓ ਨਾਰਾਇਣ ਸਾਹਿਬ, ਮੈਨੂੰ ਇੱਕ ਚੀਜ਼ ਤਾਂ ਸਾਫ਼ ਕਰ ਦਿਓ, ਸਰ ਐਡੇ ਵੱਡੇ ਵਕੀਲ ਹੋ ਤੁਸੀਂ। ਜ਼ੀਰੋ ਰਿਕਵਰੀ ਕੇਸ ਹੈ, ਬਿਕਰਮ ਜੀਠੀਆ ਇਨੋਸੈਂਟ ਹੈ, ਉਹਨੂੰ ਫਸਾਇਆ ਗਿਆ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ, ਹਲੇ ਇਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਮੈਂ ਗੱਲ ਇਹ ਕਰ ਰਿਹਾ ਕਿ ਜਦ ਇਹਨਾਂ ਦੇ ਕੋਲ ਕੋਈ ਆਧਾਰ ਨਹੀਂ ਸੀਗਾ ਤਾਂ ਪਹਿਲੇ ਇੱਕ ਸਰਕਾਰ ਨੇ ਉਹਨੂੰ ਗ੍ਰਿਫਤਾਰ ਕਰ ਲਿਆ, ਚਲੋ ਦੂਸਰੀ ਸਰਕਾਰ ਕੋਈ ਸਬੂਤ ਨਹੀਂ ਪੇਸ਼ ਕਰ ਸਕੀ, ਹਾਈ ਕੋਰਟ ਤੋਂ ਜ਼ਮਾਨਤ ਹੋ ਗਈ, ਤੇ ਕੈਸੀ ਜਾਂਚ ਇਹ ਕਰ ਰਹੇ ਨੇ। ਤੇ ਫਿਰ ਇੱਥੇ ਆ ਕੇ ਕਹਿੰਦੇ ਨੇ ਕਿ ਸਾਨੂੰ ਤਾਂ ਜੀ ਰਿਪੋਰਟ ਹੀ ਅੱਜ ਮਿਲੀ ਹੈ। ਗੱਲ ਜਿਹੜਾ ਅੱਜ ਦਾ ਮੁੱਦਾ ਕੇਪੀਜੀ ਆਪਾਂ ਉੱਤੇ ਆਈਏ ਕਿ ਜਿਹੜਾ ਸੀਐਮ ਸਾਹਿਬ ਦਾ ਇੱਕ ਟਵੀਟ ਆ ਕਿ ਮੈਨੂੰ ਕੁਝ ਰਿਪੋਰਟਾਂ ਮਿਲ ਗਈਆਂ ਨੇ, ਤੇ ਤੁਹਾਡੇ ਕੋਲ ਤਾਂ ਸਾਰਾ ਕੁਝ ਪਹਿਲਾਂ ਹੀ ਆ। ਤੁਸੀਂ ਇਨਵੈਸਟੀਗੇਸ਼ਨ 1 ਸਾਲ ਤੋਂ ਕਰ ਰਹੇ ਹੋ, ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਣ ਤੋਂ ਇਲਾਵਾ ਕੁਝ ਅੱਗੇ ਤਾਂ ਚੱਲੋ। ਨਹੀਂ ਨਾਰਾ ਸਾਹਿਬ ਮੈਨੂੰ ਥੋੜਾ ਸਮਝਾ ਦਿਓ ਸਰ, ਮੈਂ ਕਨਫਿਊਜ਼ ਹੋਇਆ ਨਾ, ਮੈਨੂੰ ਸਮਝ ਘੱਟ ਹੈ। ਮੈਨੂੰ ਇੱਕ ਚੀਜ਼ ਦੱਸੋ, ਤੁਸੀਂ ਇੱਕ ਮਿੰਟ ਸੁਣ ਤਾਂ ਲਓ ਨਾ ਨਾਰਾ ਸਾਹਿਬ, ਸੁਣ ਤਾਂ ਲਓ ਨਾ ਸਰ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਕੋਲੇ ਪਹਿਲਾਂ ਹੀ ਸਾਰਾ ਕੁਝ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਹਦਾ ਮਤਲਬ ਲਿਫਾਫਿਆਂ 'ਚ ਜੋ ਨਾਮ ਹੈ ਉਹ ਇਨਵੈਸਟੀਗੇਸ਼ਨ ਵਿੱਚ ਵੀ ਉਹੀ ਨਾਮ ਹੈ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਮੈਂ ਸਰ ਇਹ ਨਹੀਂ ਕਹਿ ਰਿਹਾ, ਜੇ ਕੁਝ ਨਵੇਂ ਤੱਥ ਹੋਣਗੇ ਤਾਂ ਸਾਹਮਣੇ ਆ ਜਾਣਗੇ। ਗੱਲ ਆਪਾਂ ਜਿਹੜੀ ਅੱਜ ਮੁੱਦੇ ਦੀ ਕਰ ਰਹੇ ਆ ਕਿ ਜਿਹੜਾ ਇਹਨਾਂ ਨੇ ਅੱਜ ਟਵੀਟ ਕਰਕੇ ਆਪਾਂ ਨੂੰ ਇਸ ਡਿਬੇਟ 'ਚ ਲੈ ਆਂਦਾ ਵੀ ਤੁਸੀਂ ਸਾਲ 'ਚ ਕੀਤਾ ਕੀ ਆ। ਚਲੋ ਠੀਕ ਹੈ ਸਰ। ਹਾਂ ਮਿਸਟਰ ਖੜਿਆਲ ਉਹ ਕਹਿ ਰਹੇ ਜ਼ੀਰੋ ਰਿਕਵਰੀ ਕੇਸ ਦੇ ਵਿੱਚ ਤੁਸੀਂ ਪੋਲਿਟਿਕਸ ਕੀਤੀ ਹੈ। ਪਹਿਲੀ ਗੱਲ ਤਾਂ ਜੇ ਗੱਲ ਸੱਚ ਹੁੰਦੀ ਵੀ ਕੇਸ ਦੇ ਵਿੱਚ ਹੈ ਹੀ ਕੁਝ ਨਹੀਂ ਤੇ ਸਾਡੀ ਸਰਕਾਰ ਵੇਲੇ ਰਿਲੀਫ ਮਿਲ ਜਾਂਦਾ ਮਜੀਠੀਆ ਸਾਹਿਬ ਨੂੰ, ਲੇਕਿਨ ਮਲਟੀਪਲ ਟਾਈਮ ਸਾਡੀ ਸਰਕਾਰ ਦੇ ਵਿੱਚ ਬੇਲ ਡਿਸਮਿਸ ਹੋਈ ਬਿਕੋਜ਼ ਅਸੀਂ ਜ਼ੋਰ ਲਾਉਂਦੇ ਸੀਗੇ। ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਬੇਲ ਮਿਲ ਗਈ। ਹੁਣ ਦੂਜੀ ਗੱਲ ਇਹ ਹੈ, ਇਹਨਾਂ ਨੇ ਇੱਕ ਐਲੀਗੇਸ਼ਨ ਲਾਇਆ ਸਾਡੇ ਤੇ ਵੀ ਚਾਰਜ ਸ਼ੀਟ ਨਹੀਂ ਕਾਂਗਰਸ ਨੇ ਜਾਣ ਕੇ ਫਾਈਲ ਕੀਤੀ। ਮੈਨੂੰ ਨਾਰੰਗ ਸਾਹਿਬ ਦੱਸਣ ਵੀ ਇੱਕ ਐਨਡੀਪੀਐਸ ਕੇਸ ਦੇ ਵਿੱਚ ਚਲਾਨ ਕਿੰਨੇ ਟਾਈਮ 'ਚ ਫਾਈਲ ਹੋ ਸਕਦਾ? ਮੈਂ ਤੁਹਾਡੇ ਤੇ ਐਲੀਗੇਸ਼ਨ ਨਹੀਂ ਲਾ ਰਿਹਾ, ਆਮ ਆਦਮੀ ਪਾਰਟੀ ਤੇ ਲਾ ਰਿਹਾ। ਅੱਛਾ ਫਿਰ ਠੀਕ ਹੈ। ਇਹਨਾਂ ਨੇ ਉਸ ਤੋਂ ਬਾਅਦ ਟੇਕ ਓਵਰ ਕੀਤਾ, ਬਿਲਕੁਲ ਇਹਨਾਂ ਦੀ ਫੇਲੀਅਰ ਕਰਕੇ, ਇਹਨਾਂ ਦੀ ਇੰਟੈਂਸ਼ਨ ਨਾ ਹੋਣ ਕਰਕੇ, ਔਰ ਜਦ ਕਿ ਜ਼ੀਰੋ ਰਿਕਵਰੀ ਕੇਸ ਆ, ਤੁਸੀਂ ਕਿਸੇ ਦੇ ਖਿਲਾਫ ਕਿਵੇਂ ਚਲੋ ਨਾਰਾ ਸਾਹਿਬ ਇੱਕ ਮਿੰਟ ਦੱਸ ਦਿਓ, ਨਾਰਾ ਸਾਹਿਬ ਮੈਨੂੰ ਇੱਕ ਚੀਜ਼ ਦੱਸ ਦਿਓ, ਇਹ ਕਿੰਨੇ ਟਾਈਮ ਵਿੱਚ ਇਹਨਾਂ ਨੂੰ ਚਾਰਜ ਸ਼ੀਟ ਫਾਈਲ ਕਰਨੀ ਚਾਹੀਦੀ ਸੀ? ਸਰ 180 ਦਿਨ ਹੁੰਦੇ ਐਨਡੀਪੀਐਸ ਜੇ ਕੁਆਂਟੀਟੀ ਕਮਰਸ਼ੀਅਲ ਹੋਵੇ, ਜੇ ਮਾਈਨਰ ਹੋਵੇ ਤਾਂ ਉਹਦੇ ਚ ਕੁਝ ਹੋਰ ਨੇ, ਮੀਡੀਅਮ ਚ ਕੁਝ ਹੋਰ ਨੇ, ਇਹਦੇ ਚ ਤਾਂ ਕੋਈ ਰਿਕਵਰੀ ਹੀ ਨਹੀਂ ਆ। ਚਲੋ ਆਪਾਂ ਜੇ ਮੈਕਸਿਮਮ ਵੀ ਮੰਨ ਲਈਏ, ਕਿਆ ਇਹਨਾਂ ਨੇ ਕੀਤਾ ਜੀ? ਠੀਕ ਹੈ। ਪਾਸੀ ਸਾਹਿਬ ਚਾਰਜ ਸ਼ੀਟ ਕਿਉਂ ਨਹੀਂ ਦਾਖਲ ਕਰ ਸਕੇ ਤੁਸੀਂ? ਦੇਖੋ ਇਹ ਮੈਂ ਨਾਰੰਗ ਸਾਹਿਬ ਤੋਂ ਮੈਂ ਇੱਕ ਚੀਜ਼ ਦੱਸਦਾ ਕਿ ਖੁਦ ਹੀ ਕਨਫਿਊਜ਼ ਜੀ ਗੱਲ ਕਰ ਰਹੇ ਆ। ਇੱਕ ਪਾਸੇ ਤਾਂ ਕਹਿ ਰਹੇ ਆ ਕਿ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਕਾਂਗਰਸ ਦੀ ਸਰਕਾਰ ਸੀ। ਪਹਿਲੀ ਚੀਜ਼ ਮੈਂ ਇਹਨਾਂ ਨੂੰ ਦੱਸ ਤੁਸੀਂ ਫਿਰ ਡਿਸਚਾਰਜ ਕਰ ਦਿੰਦੇ। ਦੂਸਰੀ ਚੀਜ਼ ਕਿਉਂ ਡਿਸਚਾਰਜ ਮੈਂ ਇਸ ਵਾਰ ਗੱਲ ਲਗੇ ਸਰ ਇੱਕ ਮਿੰਟ ਪਲੀਜ਼। ਔਰ ਤੀਸਰੀ ਚੀਜ਼ ਜਿੱਦਾਂ ਖੜਿਆਲ ਸਾਹਿਬ ਨੇ ਪੁੱਛਿਆ ਸੀ, ਜਿਹੜਾ ਐਨਡੀਪੀਐਸ ਐਕਟ ਦੇ ਵਿੱਚ ਚਲਾਨ ਪੇਸ਼ ਕਰਨ ਦੀ ਮੈਕਸਿਮਮ ਲਿਮਿਟ ਨਹੀਂ ਹੈ, ਟਾਈਮ ਐਕਸਟੈਂਡ ਹੁੰਦਾ।
ਔਰ ਜਿਹੜੀ ਬੇਲ ਹੋਈ ਹੈ ਸਰ ਉਹ ਇਸ ਗਰਾਂਡ ਤੇ ਹੈ ਕਿਉਂਕਿ FIR ਦੇ ਵਿੱਚ ਡਾਇਰੈਕਟ ਰਿਕਵਰੀ ਕੋਈ ਬਿਕਰਮਜੀਤ ਸਿੰਘ ਮਜੀਠੀਆ ਤੋਂ ਨਹੀਂ ਸੀ। ਉਹਨਾਂ ਨੂੰ ਇਹ ਦੱਸਿਆ ਸੀ FIR ਦੇ ਵਿੱਚ ਕਿ ਉਹਨਾਂ ਦੇ ਘਰ ਜਿਹੜੇ ਇੱਥੋਂ ਦੇ ਜਿਨ੍ਹਾਂ ਦੇ 2 ਨਾਮ ਸੀਗੇ ਉਹਨਾਂ ਦੇ ਕੋਲੇ ਰਹੇ ਆ, ਉਹਨਾਂ ਨੇ ਉੱਥੋਂ ਉਹਨਾਂ ਨੂੰ ਸਪੋਰਟ ਕੀਤੀ ਹੈ, ਐਦਾਂ ਦੇ ਐਲੀਗੇਸ਼ਨ ਸੀਗੇ। ਔਰ ਜਿਹੜੀ ਬੇਲ ਜਿਹੜੀ ਡਿਸਮਿਸ ਹੋਈ ਹੈ ਕਾਂਗਰਸ ਦੇ ਸਮੇਂ ਵੀ ਸੈਸ਼ਨ ਕੋਰਟ ਤੋਂ ਡਿਸਮਿਸ ਹੋਈ ਹੈ, ਅੱਗੇ ਜਾ ਕੇ ਬੇਲ ਦਿੱਤੀ ਹੈ ਹਾਈ ਕੋਰਟ ਨੇ। ਪਾਸੀ ਸਾਹਿਬ ਜੀ ਇੱਕ ਮਿੰਟ ਤੁਹਾਨੂੰ ਲੱਗਦਾ ਕਿ ਕਾਂਗਰਸ ਨੇ ਮਿਸਟਰ ਮਜੀਠੀਆ ਦੇ ਮੁੱਦੇ ਤੇ ਕੋਰੀ ਪੋਲਿਟਿਕਸ ਕੀਤੀ ਹੈ, ਜਾਣਬੁੱਝ ਕੇ ਫਸਾਇਆ ਮਜੀਠੀਆ ਸਾਹਿਬ ਨੂੰ? ਨਹੀਂ, ਮੈਂ ਇਸ ਤੇ ਦੇਖੋ ਮੈਂ ਇਹ ਨਹੀਂ ਕਹੂੰਗਾ ਕਿ ਕਾਂਗਰਸ ਨੇ ਕੋਰੀ ਪੋਲਿਟਿਕਸ ਕੀਤੀ ਹੈ ਕਿਉਂਕਿ ਉਸ ਵਕਤ ਦੇ ਵਿੱਚ ਜਗਦੀਸ਼ ਸਿੰਘ ਭੋਲਾ ਦੀ ਸਟੇਟਮੈਂਟ ਵੀ ਆਈ ਸੀ, ਸ਼ਾਇਦ ਇਹ ਸਾਰੇ ਭੁੱਲ ਰਹੇ ਆ, ਜਿਹੜਾ ਉਸ ਕੇਸ ਦੇ ਵਿੱਚ ਉਹਨਾਂ ਕੇਸਿਸ ਦੇ ਵਿੱਚ ਮੇਨ ਅਕਿਊਜ਼ ਸੀ। ਔਰ ਉਸ ਟਾਈਮ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇੰਸਟੈਂਸ KP ਜੀ ਯਾਦ ਕਰਾ ਦੇਣਾ ਕਿ ਜਦੋਂ ਜੇਤਲੀ ਜੀ ਇੱਥੋਂ ਇਲੈਕਸ਼ਨ ਲੜ ਰਹੇ ਸੀ, ਉਹਨਾਂ ਦੇ ਮੁਕਾਬਲੇ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰਿਆ ਸੀ, ਤਾਂ ਉਹ ਇੱਕ ਵਾਰਡ ਦੇ ਵਿੱਚ ਗਏ ਤਾਂ ਉੱਥੇ ਲੋਕਾਂ ਨੇ ਕਿਹਾ ਸੀ ਜਿਨ੍ਹਾਂ ਨੂੰ ਤੁਸੀਂ ਲੀਡਰਾਂ ਨੂੰ ਨਾਲ ਲੈ ਕੇ ਆਏ ਹੋ ਇਹ ਤਾਂ ਇੱਥੇ ਚਿੱਟਾ ਬਕਵਾਨੇ ਆ। ਫਿਰ ਜਦੋਂ ਹਾਰਨ ਤੋਂ ਬਾਅਦ ਜੇਤਲੀ ਜੀ ਨੇ ਅਮਿਤ ਸ਼ਾਹ ਜੀ ਨੂੰ ਕੋਈ ਗੱਲ ਕੀਤੀ ਹੈ ਤਾਂ ਅਮਿਤ ਸ਼ਾਹ ਜੀ ਨੇ ਕਿਹਾ ਸੀ ਪੰਜਾਬ ਦੇ ਵਿੱਚ, ਉਦੋਂ ਅਕਾਲੀ BJP ਦੀ ਸਰਕਾਰ ਸੀ, ਅਮਿਤ ਸ਼ਾਹ ਜੀ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਮੈਂ ਰੈਲੀ ਕਰੂੰਗਾ ਨਸ਼ਿਆਂ ਦੇ ਖਿਲਾਫ ਜਿਹੜੇ ਅੱਜ ਇਹ ਇਲਜ਼ਾਮ ਲਾ ਰਹੇ ਆ। ਔਰ ਉਸ ਤੋਂ ਬਾਅਦ ਸੁਖਬੀਰ ਬਾਦਲ ਜੀ ਨੇ ਕਿਹਾ ਸੀ ਕਿ ਤੁਸੀਂ ਅਗਰ ਰੈਲੀ ਕਰੋਗੇ ਅਸੀਂ ਬਾਰਡਰ ਤੇ ਰੈਲੀ ਕਰਾਂਗੇ ਕਿਉਂਕਿ ਬਾਰਡਰ ਤੁਹਾਡੇ ਕੰਟਰੋਲ 'ਚ ਹੈ। ਅਗਰ ਇਹ ਝੂਠ ਹੈ ਤਾਂ ਤੁਸੀਂ ਸਾਰੀ ਪਿਛਲੀ ਸਟੇਟਮੈਂਟਸ ਕੱਢ ਲਓ। ਚਲੋ ਉਹ ਰੈਲੀ ਨਹੀਂ ਹੋਈ ਸੀ। ਉਹ ਰੈਲੀਆਂ ਫਿਰ ਰੁਕੀਆਂ ਸੀ। ਮਿਸਟਰ ਪਾਸੀ ਤੁਸੀਂ ਠੀਕ ਕਰ ਰਹੇ ਹੋ, ਰੈਲੀ ਨਹੀਂ ਹੋਈ ਸੀ। ਮਿਸਟਰ ਭੁੱਲਰ, ਇਹ ਸੈਂਟਰ ਟਾਰਗੇਟ ਤਾਂ ਫਿਰ ਮਿਸਟਰ ਮਜੀਠੀਆ ਬਣ ਗਏ ਨੇ, ਜੋ ਮਰਜ਼ੀ 3 ਲਿਫਾਫੇ ਹੋਣ, 4 ਹੋਣ, 5 ਹੋਣ, 2 ਹੋਣ, ਮਿਸਟਰ ਮਜੀਠੀਆ ਟਾਰਗੇਟ ਤੇ ਹੈ। ਗੱਲ ਇਸ ਤਰ੍ਹਾਂ ਹੈ ਕਿ ਹੁਣ ਕੱਢਣ ਪਾਉਣ ਨੂੰ ਕੁਝ ਹੈ ਨਹੀਂਗਾ, ਲਕੀਰ ਪਿੱਟਣ ਵਾਸਤੇ ਹੈਗਾ, ਉਹ ਚੱਲੀ ਜਾਂਦਾ ਹੈ। ਪਿਛਲੀ ਸਰਕਾਰ ਨੇ 5 ਸਾਲਾਂ 'ਚ ਕੱਖ ਨਹੀਂ ਕੀਤਾ ਇਸ ਕੰਮ ਦੇ ਉੱਤੇ, ਰੌਲਾ ਪਾ ਕੇ ਜੀ ਅਕਾਲੀ ਦਲ ਨੇ ਜੀ ਚਿੱਟਾ ਲੈ ਆਂਦਾ ਇਹੀ ਰੌਲਾ ਪਾ ਕੇ ਸਰਕਾਰ ਕੱਢ ਲਈ। ਜਿਹੜੀ ਆਹ ਵਾਲੀ ਸਰਕਾਰ ਹੈ ਇਹ ਵੀ ਚਿੱਟਾ ਕਰਕੇ ਲੈ ਕੇ ਕੌਣ ਆਇਆ ਫਿਰ? ਭੁੱਲਰ ਸਾਹਿਬ ਲੈ ਕੇ ਕੌਣ ਆਇਆ? ਦੇਖੋ ਪੰਜਾਬ ਚਿੱਟੇ ਦੀ ਐਂਟਰੀ ਕਰਾਉਣ ਵਾਲਾ ਕੌਣ ਹੈ ਉਹ ਦੱਸੋ। ਕਿ ਇਕੱਲਾ ਚਿੱਟਾ ਹੀ ਨਹੀਂ, ਬਹੁਤ ਸਾਰੇ ਪਹਿਲਾਂ ਵੀ ਡਰੱਗਸ ਚੱਲਦੇ ਸੀਗੇ। ਔਰ ਅਗਰ ਮੈਂ ਸਿੱਧੀ ਤੌਰ ਉੱਤੇ ਗੱਲ ਕਰਾਂ ਤੇ ਚਿੱਟਾ ਤੇ ਅਡਾਣੀ ਦੀ ਬੰਦਰਗਾਹ ਤੋਂ ਵੀ ਆਉਂਦਾ, ਉਹਦੇ ਬਾਰੇ ਕਿਉਂ ਜ਼ਬਾਨ ਬੰਦ ਹੋ ਜਾਂਦੀ ਸਾਰਿਆਂ ਦੀ? ਉੱਥੋਂ ਵੀ ਬੜੀ ਵਾਰੀ ਫੜਿਆ ਗਿਆ ਔਰ ਕਰੋੜਾਂ ਦਾ ਚਿੱਟਾ ਫੜਿਆ ਗਿਆ ਉੱਥੋਂ ਦੀ, ਉਹਦੇ ਬਾਰੇ ਨਹੀਂ ਕੋਈ ਬੋਲਦਾ। ਔਰ ਦੂਜੀ ਗੱਲ ਜਿਹੜੀ ਭੋਲੇ ਦੀ ਗੱਲ ਕਰਦੇ ਸੀਗੇ, ਭੋਲੇ ਨੇ ਅਗਰ ਇੱਕ ਤੁਰ ਜਾਂਦੇ ਨੇ ਇੱਕ ਪੱਤਰਕਾਰ ਨੂੰ ਕਿਤੇ ਕੁਝ ਕਹਿਤਾ, ਉਹਨੂੰ ਇਹ ਸਟੇਟਮੈਂਟ ਬਣਾਉਂਦੇ ਨੇ ਤੇ ਤਿਹਾੜ ਜੇਲ੍ਹ 'ਚੋਂ ਜਿਹੜਾ ਸਭ ਤੋਂ ਵੱਡਾ ਫਰਾਡ ਹੈ ਉਹਨਾਂ ਨੇ ਕੇਜਰੀਵਾਲ ਦਾ ਨਾਮ ਵੀ ਲਿਆ। ਫਿਰ ਤੇ ਕੇਜਰੀਵਾਲ ਦੇ ਉੱਤੇ ਪਰਚਾ ਦਰਜ ਹੋ ਜਾਣਾ ਚਾਹੀਦਾ ਫਰਾਡ ਦੇ ਵਿੱਚ। ਜਿਹੜੇ ਚੀਜ਼ ਦੇ ਵਿੱਚ ਸਿਸੋਦੀਆ ਸਾਹਿਬ ਤੇ ਹੁਣ ਚੱਲ ਰਹੀ ਹੈ ਅੱਗੇ ਇਨਕੁਆਇਰੀ ਵੀ ਸਿਸੋਦੀਆ ਸਾਹਿਬ ਨੂੰ ਪੈਸੇ ਦਿੱਤੇ ਤੇ ਉਹਨਾਂ ਨੇ ਕਿਹਾ ਮੇਰੇ ਕੋਲ ਕੇਜਰੀਵਾਲ ਨੇ ਵੀ ਪੈਸੇ ਲਏ ਨੇ। ਮੈਨੂੰ ਇਹ ਦੱਸੋ ਇਸ ਕਰਕੇ ਇਹ ਸਿਰਫ ਇੱਕ ਜਿਹੜਾ ਕ੍ਰਿਮੀਨਲ ਹੈ ਉਹਦੇ ਇਹ ਕਹਿਣ ਤੇ ਤੁਰੇ ਜਾਂਦੇ ਨੇ, ਤੁਸੀਂ ਕਹੋ ਵੀ ਉੱਤੇ ਐਲੀਗੇਸ਼ਨ ਲੱਗ ਜਾਊਗਾ ਤੇ ਫਿਰ ਐਲੀਗੇਸ਼ਨ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਲੀਡਰਾਂ ਦੇ ਉੱਤੇ ਹੈਗੇ ਆ ਜਿਨ੍ਹਾਂ ਦੇ ਨਾਂ ਲਏ ਜਾਂਦੇ ਆ ਔਰ ਬਾਅਦ ਵਿੱਚ ਨਿਕਲਦਾ ਕੱਖ ਨਹੀਂ। ਭੁੱਲਰ ਸਾਹਿਬ ਤੁਹਾਡੇ ਕੇਸ ਦਾ ਸਟੇਟਸ ਕੀ ਹੈ? ਮੈਂ ਆ ਰਿਹਾ ਮਿਸਟਰ ਖੜਿਆਲ। ਦੇਖੋ ਅਜੇ ਤੱਕ ਨਾ ਤੇ ਪਹਿਲੀ ਸਰਕਾਰ ਨੇ, ਕਿਉਂਕਿ ਬੜਾ ਜ਼ੋਰ ਲਾ ਕੇ ਚਟੋਪਾਧਿਆਏ ਵਰਗੇ ਜਿਹੜੇ DGP ਸੀ ਉਹਨਾਂ ਨੂੰ ਟ੍ਰਾਂਜ਼ਿਟ ਵਿੱਚ ਲਿਆ ਕੇ ਔਰ 2 ਨੰਬਰ ਦੀ FIR 2 ਨੰਬਰ ਦੇ ਥਾਣੇ, ਜਿਹੜਾ ਕੋਈ ਥਾਣਾ ਹੀ ਨਹੀਂ ਸੀ ਉੱਥੇ ਉਹ FIR ਦਰਜ ਕੀਤੀ ਗਈ ਜਿਹਦੇ ਵਿੱਚ ਕੋਈ ਸਿਰ ਪੈਰ ਨਹੀਂ, ਕੋਈ ਕੁਛ ਨਹੀਂ। ਔਰ ਇੱਕ DGP FIR ਦਰਜ ਕਰਾ ਰਿਹਾ, ਕਿਸੇ ਕਾਂਸਟੇਬਲ ਤੋਂ ਕਰਾ ਦਿੰਦੇ, ਕਿਸੇ SHO ਤੋਂ ਕਰਾ ਦਿੰਦੇ, ਕਿਸੇ DSP ਤੋਂ ਕਰਾ ਦਿੰਦੇ, ਇੱਕ DGP FIR ਦਰਜ ਕਰਾ ਰਿਹਾ ਕਿਉਂਕਿ ਕੋਈ ਕਰਨ ਨੂੰ ਤਿਆਰ ਨਹੀਂ ਸੀਗਾ, ਕਿਉਂਕਿ ਉਹ 'ਚ ਹੈ ਕੁਛ ਨਹੀਂ ਸੀਗਾ। ਤੇ ਹੁਣ ਉਸ ਤੋਂ ਬਾਅਦ ਜਿਸ ਤਰ੍ਹਾਂ ਜ਼ਮਾਨਤ ਹੋ ਗਈ ਹੈ ਤੇ ਜੇ ਸਰਕਾਰ ਕੋਲ ਕੁਛ ਹੁੰਦਾ ਹੈ ਜ਼ਮਾਨਤ ਹੁਣ ਦਿੰਦੇ, ਕਦੀ ਵੀ ਨਾ ਹੁਣ ਦਿੰਦੇ ਇਹ ਲੋਕ। ਚਲੋ ਠੀਕ ਹੈ। ਹਾਂ ਮਿਸਟਰ ਖੜਿਆਲ ਕੀ ਕਹਿਣਾ ਚਾਹ ਰਹੇ, ਬੋਲੋ ਫਟਾਫਟ। ਦੇਖੋ ਇੱਥੇ ਪਾਸੀ ਸਾਹਿਬ ਨੇ ਇੱਕ ਗੱਲ ਕਹੀ, ਕਹਿੰਦੇ ਕੋਈ ਲਿਮਿਟੇਸ਼ਨ ਨਹੀਂ ਹੁੰਦੀ NDPS ਕੇਸ ਦੇ ਵਿੱਚ ਚਾਰਜਸ਼ੀਟ ਫਾਈਲ ਕਰਨ ਦੀ। ਦੇਖੋ ਲਿਮਿਟੇਸ਼ਨ ਹੁੰਦੀ ਹੈ 180 ਦਿਨਾਂ ਦੇ ਵਿੱਚ ਐਕਸਟੈਂਡ ਕਰਾ ਸਕਦੇ ਐਕਸਟੈਂਡ ਅਨਲੈਸ ਇੱਕ ਸੈਕਿੰਡ ਕਾਈਂਡਲੀ ਸੁਣ ਲਓ। 180 ਦਿਨ ਦੀ ਲਿਮਿਟੇਸ਼ਨ ਹੁੰਦੀ ਹੈ। ਜੇ ਐਕਸਟੈਂਡ ਕਰਾਉਣੀ ਹੈ ਤਾਂ ਸਪੈਸੀਫਿਕਲੀ ਪਰਮਿਸ਼ਨ ਹੈਜ਼ ਟੂ ਬੀ ਸੌਟ, ਫॉर दैट देयर हैज टू बी अ ਰੀਜ਼ਨ। ਮੈਨੂੰ ਬਾਸੀ ਸਾਹਿਬ ਦੱਸਣ ਵੀ ਰੀਜ਼ਨ ਕੀ ਹੈ ਡਿਲੇ ਦਾ, ਇਹ ਦੱਸੋ। ਤੁਸੀਂ FSL ਕਰ ਲਈ, FSL ਦੀ ਰਿਪੋਰਟ ਲਾ ਰਹੇ ਹੋ ਚਲਾਨ ਦੇ ਵਿੱਚ, ਇਹ ਵੀ ਦੱਸੋ। ਇਹ ਲੋ ਸਵਾਲ ਪਾਸੀ ਸਾਹਿਬ ਸਵਾਲ ਬੜਾ ਇੰਪੋਰਟੈਂਟ ਹੈ, ਬਹੁਤ ਟੈਕਨੀਕਲ ਸਵਾਲ ਹੈ ਤੇ ਬਹੁਤ ਸੋਚ ਸਮਝ ਕੇ ਜਵਾਬ ਦਿਓ ਪਾਸੀ ਸਾਹਿਬ ਪਲੀਜ਼। AP ਜੀ ਮੈਂ ਬੜਾ ਹੈਰਾਨ ਹੋ ਰਿਹਾ, ਬੈਠੇ ਤਾਂ ਚਾਰੋਂ ਅਸੀਂ ਐਡਵੋਕੇਟਸ ਆ ਇਸ ਪੈਨਲ ਦੇ ਵਿੱਚ, ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ ਔਰ ਇਹ ਇੱਕ ਪਾਰਟੀ ਦੇ ਸਪੋਕਸਮੈਨ ਨੂੰ ਕਹਿ ਰਹੇ ਆ ਕਿ ਇਹ ਚੀਜ਼ ਲਾਤੀ, ਇਹ ਚੀਜ਼ ਨਹੀਂ ਲਾਤੀ। ਜਦੋਂ ਤੱਕ ਚਲਾਨ ਨਹੀਂ ਪੇਸ਼ ਹੋਇਆ ਨਾ ਇਹ ਕੋਈ ਦੱਸ ਸਕਦਾ, ਨਾ ਮੈਂ ਦੱਸ ਸਕਦਾ, ਨਾ KP ਜੀ ਤੁਸੀਂ ਦੱਸ ਸਕਦੇ ਹੋ। ਇਹ ਕਿੱਦਾਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ? ਮੈਂ ਹੈਰਾਨ ਹੋ ਰਿਹਾ, ਚਾਰੋਂ ਐਡਵੋਕੇਟਸ ਬੈਠੇ ਆ। ਤੁਸੀਂ ਮੈਨੂੰ ਦੱਸੋ ਕਿ ਪੁਲਿਸ ਇਨਵੈਸਟੀਗੇਸ਼ਨ ਕੋਈ ਕਰ ਰਹੀ ਆ, ਨਾ ਕੋਰਟ ਨੂੰ ਰਾਈਟ ਹੈ ਇੰਟਰਫੇਅਰ ਕਰਨ ਦਾ, ਨਾ ਅਸੀਂ ਪੁੱਛ ਸਕਦੇ ਆ ਕਿਹੜਾ ਡਾਕੂਮੈਂਟ ਲਾਤਾ ਕਿਹੜਾ ਨਹੀਂ ਲਾਤਾ। ਕਮਾਲ ਹੋ ਰਹੀ ਹੈ, ਮੈਂ ਤਾਂ ਆਪ ਹੈਰਾਨ ਹੋ ਰਿਹਾ। ਚਲੋ ਮੈਂ ਪਾਸੇ ਮੈਨੂੰ ਦੱਸ ਦਿਓ ਮਿਸਟਰ ਮਜੀਠੀਆ ਨੂੰ ਜ਼ਮਾਨਤ ਮਿਲ ਕਿਉਂ ਗਈ?
ਮਜੀਠੀਆ ਜੀ ਨੂੰ ਜ਼ਮਾਨਤ ਇਸ ਕਰਕੇ ਮਿਲੀ ਕਿ ਜਦੋਂ ਕਾਂਗਰਸ ਦੇ ਸਹਿਮ FIR ਲੌਜ ਹੁੰਦੀ ਹੈ ਤਾਂ ਉਹਦੇ ਵਿੱਚ ਬੜੇ ਵੀਕ ਪੁਆਇੰਟ ਛੱਡੇ ਜਾਂਦੇ ਆ ਫਿਰ ਸਾਡੇ ਵਾਲੇ ਕੋਈ ਰਿਜੈਕਟ ਹੁੰਦੀ ਸੀ। ਔਰ ਉਹ ਜੇ ਸੁਣ ਲਓ, ਤੁਹਾਡੀ ਸੈਸ਼ਨ ਕੋਰਟ ਚੋਂ ਰਿਜੈਕਟ ਹੋਈ, ਹਾਈ ਕੋਰਟ ਚੋਂ ਕਦੇ ਰਿਜੈਕਟ ਨਹੀਂ ਹਾਈ ਹੋਈ। ਕੋਰਟ ਦੀ ਗੱਲ ਕਰ ਰਹੇ ਹਾਂ। ਹਾਂ, ਤੁਸੀਂ ਸੈਸ਼ਨ ਕੋਰਟ ਸੰਦੀਪ ਸਿੰਗਲਾ ਜੀ ਦੀ ਕੋਰਟ ਚੋਂ ਮੋਹਾਲੀ ਤੋਂ ਰਿਜੈਕਟ ਹੋਈ ਸੀ, ਔਰ ਜਿਸ ਦਿਨ ਰਿਜੈਕਟ ਹੋਈ ਸੀ ਅਸੀਂ ਵੀ ਉੱਥੇ ਸੀ। ਅਸੀਂ ਇਹ ਕਹਿ ਰਹੇ ਚੀਜ਼ ਹਾਂ ਵੀ ਤੁਸੀਂ ਹਾਈ ਕੋਰਟ ਪਟਿਆਲਾ ਤੋਂ ਸਾਹਿਬ- ਡਿਸਮਿਸ ਕਰਾਈ, ਅਸੀਂ ਸਾਡੇ ਹਾਈ ਰਾਜ ਦੇ ਕੋਰਟ ਵਿੱਚੋਂ ਤੋਂ ਅੰਦਰ ਰਹੇ, ਹਾਈ- ਤੁਹਾਡੇ ਰਾਜ ਦੇ ਵਿੱਚ ਬਾਹਰ ਆਏ। ਤੁਸੀਂ ਮੈਨੂੰ ਇੱਕ ਚੀਜ਼ ਦੱਸੋ, ਮੈਂ ਤੁਹਾਨੂੰ ਹਜ਼ਾਰਾਂ ਕੇਸਿਸ ਦਿਖਾ ਦਿੰਦਾ NDPS ਐਕਟ ਦੇ, ਜਦੋਂ ਕੁਝ ਸਮਾਂ ਪੈ ਗਿਆ ਔਰ ਉਹਦੇ ਤੋਂ ਡਾਇਰੈਕਟ ਰਿਕਵਰੀ ਨਹੀਂ ਹੈ ਇੱਕ ਮਿੰਟ ਤਾਂ ਉਹਨਾਂ KP ਜੀ ਕੇਸਾਂ ਦੇ ਵਿੱਚ ਜ਼ਮਾਨਤਾਂ ਮਿਲੀਆਂ। ਚਲੋ ਉਹਨਾਂ ਦੇ ਵਿੱਚ ਭੁੱਲਰ ਜ਼ਮਾਨਤਾਂ ਸਾਹਿਬ ਮਿਲੀਆਂ। ਭੁੱਲਰ ਸਾਹਿਬ ਪਾਸੇ ਭੁੱਲਰ ਸਾਹਿਬ ਨੂੰ ਸੁਣੀਏ, ਭੁੱਲਰ ਸਾਹਿਬ ਨੂੰ ਸੁਣੀਏ, ਭੁੱਲਰ ਸਾਹਿਬ ਨੂੰ KP ਜੀ। ਹਾਂ ਬੋਲੋ। ਤੁਸੀਂ ਅੱਜ ਕੀ ਸਾਡਾ ਇਹ ਜਿਹੜਾ ਗੱਲ ਕਰਨ ਦਾ ਮੁੱਦਾ ਸੀ ਅੱਜ ਜਿਹੜਾ ਤੁਸੀਂ ਬੁਲਾਇਆ ਹੈ, ਕੀ ਬਿਕਰਮ ਮਜੀਠੀਆ ਨੇ ਕਿ ਸੀਐਮ ਦਾ ਟਵੀਟ ਆ ਜਿਹੜਾ ਫੇਲਿਅਰ ਹੈ ਸਰਕਾਰ ਦਾ ਉਹ ਹੈ? ਤੁਸੀਂ ਮੈਨੂੰ ਤੁਸੀਂ ਦੱਸੋ, ਤਾਂ ਬਿਕਰਮ ਮਜੀਠੀਆ ਬਣਾ ਲਿਆ, ਬਿਕਰਮ ਮਜੀਠੀਆ ਤੇ ਮੈਂ ਗੱਲ ਕਰ ਲਾਂਗੇ। ਮੈਨੂੰ ਦੱਸੋ, ਸੀਐਮ ਦੇ ਟਵੀਟ ਵਿੱਚ ਤੁਸੀਂ ਟਾਰਗੇਟ ਤੇ ਨਹੀਂ ਹੈਗੇ? ਮੈਂ ਕਹਿੰਦਾ ਜੀ, ਕੌਣ ਟਾਰਗੇਟ ਤੇ? ਹਾਂ। ਸੀਐਮ ਤੇ ਟਵੀਟ ਕੁਝ ਵੀ ਕਰ ਸਕਦੇ, ਜੋ ਮਰਜ਼ੀ ਕਰ ਲੈਣ। ਅਗਰ ਕੁਝ ਹੈ ਤਾਂ ਕਾਰਵਾਈ ਕਰਨ। ਚਲੋ ਜਿਹੜੇ ਅੱਜ ਇਹ ਕਹਿੰਦੇ 1600 ਫੜ ਲਿਆ, ਫਲਾਣਾ ਫੜ ਲਿਆ, ਇੱਕ ਸਿੰਗਲ ਨਾਂ ਇਹਨਾਂ ਕੋਲ ਨਹੀਂ ਹੈਗਾ ਜਿਹੜਾ ਇਹਨਾਂ ਬੰਦਾ ਕੋਈ ਫੜਿਆ ਹੋਵੇ। ਚਲੋ ਮੈਂ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਤੁਸੀਂ ਤਾਂ ਆਵਾਂਗੇ। ਸੂਝ ਰਹੀ ਆ, ਬਿਕਰਮ ਮਜੀਠੀਆ ਰੱਖ ਲਈ, ਬਿਕਰਮ ਮਜੀਠੀਆ ਕਰ ਲਿਆ ਜੀ। ਚਲੋ, ਜੇ ਕਰ ਲਿਆ, ਮੈਂ ਆ ਰਿਹਾ। ਸੁਣੀ ਬਣ ਜਾ, ਖਵਾ ਜਾ ਕੇ ਵੀ ਬਣ ਜਾਣ। ਚਲੋ ਮੈਂ ਬ੍ਰੇਕ ਤੋਂ ਵਾਪਸ ਹੋਣਾ। ਬਹੁਤ ਸਾਰੇ ਸਵਾਲ ਹੈਗੇ। 3 ਲਿਫਾਫੇ ਕੌਣ ਹੋਵੇਗਾ ਬੇਨਕਾਬ? ਫਿਲਹਾਲ ਤਾਂ ਚੱਲ ਰਹੀ ਹੈ ਸਿਆਸਤ। ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਮੁੱਖ ਮੰਤਰੀ ਕੋਲ ਪੁੱਜੀਆਂ ਡਰੱਗ ਕੇਸ ਦੀਆਂ ਰਿਪੋਰਟਸ ਤੇ ਰਾਜਨੀਤੀ ਤੋਂ ਅੱਗੇ ਕੀ ਹੈ? ਪਾਸੀ ਸਾਹਿਬ, ਅਕਾਲੀ ਦਲ ਜਿਹੜਾ ਸਵਾਲ ਕਰ ਰਿਹਾ, ਬਿਕਰਮ ਜੀਠੀਆ ਮੁੱਦਾ ਤਾਂ ਨਹੀਂ ਹੈਗਾ ਨਾ ਸਰ? ਦੇਖੋ, ਜਿਨ੍ਹਾਂ ਦਾ ਵੀ ਉਹਨਾਂ ਰਿਪੋਰਟਸ ਦੇ ਵਿੱਚ ਨਾਮ ਹੈ ਸਰ, ਉਹ ਸਾਰੇ ਹੀ ਮੁੱਦਾ ਹੋਣਗੇ ਔਰ ਉਹ ਨਾਮ ਇੱਕ ਦੋ ਦਿਨ ਚ ਜਦੋਂ ਹੁਣ ਪੁਲਿਸ ਨੇ ਐਕਸ਼ਨ ਲੈਣਾ ਹੈ, ਸਟੇਟ ਨੇ ਐਕਸ਼ਨ ਲੈਣਾ, ਸਾਰੇ ਕਲੀਅਰ ਹੋ ਜਾਣੇ ਆ ਸਰ। ਮੈਂ ਇਸ ਤੇ ਕੋਈ ਵੀ ਕੱਚੀ ਗੱਲ ਤੇ ਕਿੰਤੂ ਪਰੰਤੂ ਨਹੀਂ ਕਰਨਾ ਪਾਸੀ ਸਾਹਿਬ, ਅੱਜ ਦੀ ਡਿਬੇਟ ਵਿੱਚ ਮਜੀਠੀਆ ਮੁੱਦਾ ਬਣਨਾ ਚਾਹੀਦਾ ਜਾਂ ਨਹੀਂ? ਦੇਖੋ, ਇਹ ਤਾਂ ਜਦੋਂ ਡਰੱਗਸ ਦੀ ਗੱਲ ਆਏਗੀ ਤਾਂ ਜਿਹੜਾ ਦੇ ਨਾਮ ਉਹਨਾਂ ਕੇਸਾਂ ਦੇ ਵਿੱਚ ਆ ਚੁੱਕੇ ਆ ਜਾਂ ਅਰੈਸਟ ਹੋ ਚੁੱਕੇ ਆ, ਬੇਸਿਕਲੀ ਉਹ ਤਾਂ ਉਹਨਾਂ ਦੇ ਨਾਮ ਸਾਰਿਆਂ ਦੇ ਵਿੱਚ ਡਿਬੇਟ ਦੇ ਵਿੱਚ ਆਣਗੇ। ਮੈਂ ਇੱਕ ਛੋਟੀ ਜਿਹੀ ਗੱਲ KP ਜੀ ਹੋਰ ਕਰਨਾ ਚਾਹੁੰਦਾ, ਨਾਰੰਗ ਸਾਹਿਬ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਇੱਕ ਹੀਰੋਇਨ ਤੋਂ 10 ਗ੍ਰਾਮ ਦੀ ਪੂੜੀ ਪਕੜੀ ਜਾਂਦੀ ਹੈ, ਪੂਰਾ ਗੋਦੀ ਮੀਡੀਆ 4 ਦਿਨ ਲਗਾਤਾਰ ਉਹਦੇ ਪਿੱਛੇ ਲੱਗਿਆ ਰਹਿੰਦਾ ਹੈ। ਜਿੱਦਾਂ ਭੁੱਲਰ ਸਾਹਿਬ ਨੇ ਕਿਹਾ, ਅਡਾਨੀ ਪੋਰਟ ਤੋਂ ਕਿੰਨੀ ਜ਼ਿਆਦਾ ਜਿਹੜੀ ਹੈ ਡਰੱਗਸ ਪਕੜੀਆਂ ਜਾਂਦੀਆਂ ਤੇ ਉਹਦੀ ਜਿਹੜੀ ਖਬਰ ਹੈ ਉਹ ਬਿਲਕੁਲ ਚਲਾਈ ਨਹੀਂ ਜਾਂਦੀ ਨੈਸ਼ਨਲ ਮੀਡੀਆ ਤੇ। ਇਹ ਤਾਂ ਤੁਹਾਡੇ ਵਰਗੇ ਚੈਨਲ ਹੈ KP ਜੀ, ਜਾਂ ਜਿਹੜੇ ਡਿਜੀਟਲ ਚੈਨਲ ਨੇ ਜਿਹਨਾਂ ਨੇ ਉਹ ਆਵਾਜ਼ ਚੱਕੀ ਹੈ, ਇਹਦਾ ਮੈਨੂੰ ਅੱਜ ਤੱਕ ਸਮਝ ਨਹੀਂ ਆਇਆ KP ਜੀ। ਮੈਂ ਤੁਹਾਡੇ ਚੈਨਲ ਤੋਂ ਮੈਂ ਵੀ ਇੱਕ ਕੁਐਸਚਨ ਪੁੱਛਣਾ ਚਾਹੁੰਦਾ। ਠੀਕ, ਨਾਰਾ ਸਾਹਿਬ ਵੈਸੇ ਇਸ਼ੂ ਨਹੀਂ ਹੈਗਾ ਅੱਜ ਦੀ ਡਿਬੇਟ ਦਾ। ਜਿਵੇਂ ਅਕਾਲੀ ਦਲ ਕਹਿ ਰਿਹਾ ਮਜੀਠੀਆ ਮੁੱਦਾ ਨਹੀਂ ਹੈਗਾਗਾ, ਇਵੇਂ ਇਹਨਾਂ ਨੇ ਅਡਾਨੀ ਦਾ ਮੁੱਦਾ ਛੇੜ ਲਿਆ, ਭੁੱਲਰ ਸਾਹਿਬ ਨੇ ਵੀ ਛੇੜ ਲਿਆ। ਤੁਸੀਂ ਅਡਾਨੀ ਪੋਰਟ ਤੇ ਬੋਲਦੇ ਕਿਉਂ ਨਹੀਂ ਨਾਰਲ ਸਾਹਿਬ? ਸਰ ਇਦਾਂ ਦਾ ਕਿ ਪਾਸੀ ਸਾਹਿਬ ਦੀ ਪਾਰਟੀ ਨੂੰ ਸਵਾਲ ਦਾ ਜਵਾਬ ਤਾਂ ਕਰੀ ਇਹਨਾਂ ਨੇ ਦੇਣਾ ਨਹੀਂ, ਕਿ ਜਦੋਂ ਚਾਰੋਂ ਪਾਸੇ ਘਿਰਦੇ ਨੇ ਉਦੋਂ ਇਹਨਾਂ ਕੋਈ ਇੱਕੋ ਹੀ ਕੰਮ ਆ ਕਿ ਮੋਦੀ ਸਾਹਿਬ ਬਾਰੇ ਕੁਝ ਬੋਲ ਲਓ, ਅਡਾਨੀ ਸਾਹਿਬ ਬਾਰੇ ਕੁਝ ਬੋਲ ਲਓ, ਕਿ ਉਹਨਾਂ ਦੇ ਖਿਲਾਫ ਜਿਹੜੀ ਸੁਪਰੀਮ ਕੋਰਟ ਦੀ ਜਿਹੜੀ ਕਮੇਟੀ ਬਣੀ ਆ ਉਹਦੀ ਸਾਰੀ ਜਾਂਚ ਕਰ ਰਹੀ ਆ। ਜੋ ਕੁਝ ਸਾਹਮਣੇ ਆਏਗਾ ਸਭ ਦੇ ਸਾਹਮਣੇ ਆ ਜਾਏਗਾ। ਨਹੀਂ, ਉਹਦੇ ਵਿੱਚ ਅਡਾਨੀ ਪੋਰਟ ਤੋਂ ਹੈਰੋਇਨ ਮਿਲਣ ਵਾਲਾ ਮੁੱਦਾ ਵੀ ਹੈਗਾ ਸਰ। ਆਪਾਂ ਕਹਿੰਦੇ ਜੇ ਸੁਪਰੀਮ ਕੋਰਟ ਇਸ ਮਸਲੇ ਤੇ ਬੜਾ ਬ੍ਰੌਡਲੀ ਜਾਂਚ ਕਰ ਰਹੀ ਆ ਹਾਂ, ਤਾਂ ਆਪਾਂ ਉਹਦਾ ਰਿਜ਼ਲਟ ਆ ਲੈਂਦੀ ਏ। ਗੱਲ ਆਪਾਂ ਇੱਥੇ ਕਰ ਰਹੇ ਸੀਗੇ ਕਿ ਜੇ ਭਗਵੰਤ ਮਾਨ ਸਾਹਿਬ ਨੇ ਕੋਈ ਕਾਰਵਾਈ ਕਰਨੀ ਆ ਤਾਂ ਉਹਨੂੰ ਰੋਕਿਆ ਕਿਹਨੇ ਆ? ਤੇ ਫਿਰ ਨਹੀਂ ਨਾਰਾ ਸਾਹਿਬ ਫਿਰ ਜੇ ਹਾਈ ਕੋਰਟ ਨੇ ਲਿਫਾਫੇ ਖੋਲ ਲਏ, ਫਿਰ ਇਹਨਾਂ ਨੂੰ ਵੀ ਕਾਰਵਾਈਆਂ ਕਰ ਲੈਣ ਦੋ, ਫਿਰ ਆਪਾਂ ਡਿਬੇਟ ਕਿਉਂ ਕਰਦੇ ਆ? ਬੰਦ ਕਰ ਦਿੰਦੇ ਆ, ਛੱਡੋ ਪਰਾਂ ਗੱਲ। KP ਜੀ ਇਹ ਨਹੀਂ ਆ ਗੱਲ, ਇਹ ਆ ਗੱਲ, ਇਹ ਆਪਾਂ ਇਹ ਕਰ ਰਹੇ ਆ ਜੇ ਕਾਰਵਾਈ ਕਰਨੀ ਆ ਕਰੋ, ਜਿਹੜਾ ਹੈਗਾ ਤੁਸੀਂ ਉਹਨੂੰ ਫੜੋ। ਟਵੀਟ ਦੀ ਡਰਾਮੇਬਾਜ਼ੀ ਕਿਉਂ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ? ਨਾਰਾ ਸਾਹਿਬ ਇੱਕ ਚੀਜ਼ ਦੱਸੋ। ਨਾਰਾ ਸਾਹਿਬ ਬਹੁਤ ਵੱਡੇ ਵਕੀਲ ਹੋ ਤੁਸੀਂ। ਨਾਰਾ ਸਾਹਿਬ ਮਜੀਠੀਆ ਦੇ ਮੁੱਦੇ ਤੇ ਸਾਰੀਆਂ ਪਾਰਟੀਆਂ ਡਰਾਮੇਬਾਜ਼ੀ ਕਰਦੀਆਂ? ਦੇਖੋ, ਮਜੀਠੀਆ ਦਾ ਮੁੱਦਾ ਅੱਜ ਕੋਈ ਮੁੱਦਾ ਨਹੀਂ ਹੈਗਾ। ਆਪਾਂ ਜਿਹੜੇ ਮੁੱਦੇ ਤੋਂ ਬਾਹਰ ਨਾ ਜਾਈਏ ਪਹਿਲਾਂ। ਚਲੋ ਠੀਕ, ਕਿਉਂਕਿ ਪਾਸੀ ਸਾਹਿਬ ਨੇ ਸ਼ੁਰੂ ਕੀਤੀ ਸੀਗੀ ਡਰਾਮੇਬਾਜ਼ੀ, ਤਾਂ ਤੁਹਾਨੂੰ ਜਵਾਬ ਦਿੱਤਾ ਕਿ ਇਹ ਸਰਕਾਰ ਦੀ ਬਿੱਲ ਪਾਵਰ ਨਹੀਂ ਆ। ਮੈਂ ਚਲੋ ਇਹਨਾਂ ਨੂੰ ਦੱਸਦਾ, ਇਹਨਾਂ ਨੂੰ ਆਪਾਂ ਇੱਕ ਸਵਾਲ ਪੁੱਛਦੇ ਆ ਕਿ ਇਹਨਾਂ ਨੇ ਆਪਣੇ ਪਹਿਲਾਂ ਮੇਰੇ ਜਵਾਬ ਦੇ ਦਿਓ ਸਰ। ਅਡਾਨੀ ਪੋਰਟ ਦੇ ਖਿਲਾਫ ਸੈਂਟਰ ਸਰਕਾਰ ਨੇ ਹੁਣ ਤੱਕ ਕੀ ਐਕਸ਼ਨ ਲਿੱਤਾ ਜਿੱਥੋਂ 3000 ਕਿਲੋ ਦੇ ਡਿਬੇਟ ਦੀ ਮਰਿਆਦਾ ਦਾ ਹੀ ਨਹੀਂ ਪਤਾ, ਤੁਸੀਂ ਵਿੱਚ ਬੋਲੀ ਜਾ ਰਹੇ ਹੋ। ਰੰਗ ਸਾਹਿਬ ਪਲੀਜ਼ ਮੇਰਾ ਕੁਐਸਚਨ ਦਾ ਮਰਿਆਦਾ ਦਾ ਹੀ ਨਹੀਂ ਪਤਾ। ਉਹ ਮੈਂ ਤੁਹਾਨੂੰ ਇਹ ਆਦਤ ਆ ਆਦਮੀ ਪਾਰਟੀ ਦੀ, ਇਹ ਆਈ ਵਾਰੀ ਐਂ ਕਰਦੇ ਆ। ਮੇਰਾ ਸਵਾਲ ਲਿਓ KP ਜੀ, ਬੜਾ ਜ਼ਰੂਰੀ। ਇੱਕ ਮਿੰਟ ਨਾਰਾ ਸਾਹਿਬ, ਪਾਸ ਸਾਹਿਬ ਇੱਕ ਮਿੰਟ ਸ਼ਾਂਤ ਹੋ ਜਾਓ। ਹਾਂ ਭੁੱਲਰ ਸਾਹਿਬ ਬੋਲੋ। ਦੇਖੋ, ਗੱਲ ਇਸ ਤਰ੍ਹਾਂ ਹੈ ਕਿ ਬੜੇ ਤਰੀਕੇ ਦੇ ਨਾਲ ਜਿਹੜੀ ਹੈ ਨਾ ਆਮ ਆਦਮੀ ਪਾਰਟੀ ਆਪਣਾ ਪੱਲਾ ਝਾੜ ਕੇ ਤੇ ਬਿਕਰਮ ਮਜੀਠੀਆ ਔਰ ਇਹ ਉਹ ਉਧਰਲੇ ਪਾਸੇ ਨੂੰ ਡਿਬੇਟ ਨੂੰ ਘੁਮਾਉਣਾ ਚਾਹੁੰਦੀ ਹੈ। ਅੱਜ ਸਵਾਲ ਇਹ ਹੈ ਕਿ ਪਿਛਲੇ 12 ਮਹੀਨਿਆਂ ਦੇ ਵਿੱਚ ਇਹਨਾਂ ਨੇ ਐਕਸ਼ਨ ਕੀ ਲਿਆ ਔਰ ਕਿਹਨਾਂ ਲੋਕਾਂ ਦੇ ਖਿਲਾਫ ਐਕਸ਼ਨ ਲਿਆ?
ਜੇ ਮਜੀਠੀਆ ਸਾਹਿਬ ਦੇ ਖਿਲਾਫ ਕੁਝ ਵੀ ਨਾ ਕੋਲ ਹੈਗਾ ਤੇ 12 ਮਹੀਨੇ 'ਚ ਐਕਸ਼ਨ ਲੈ ਲੈਂਦੇ। ਉਹਨਾਂ ਰੋਕਿਆ ਕਿੰਨੇ ਸੀਗਾ? ਮੈਨੂੰ ਐ ਲੱਗਦਾ ਭੁੱਲਰ ਸਾਹਿਬ, ਮੈਨੂੰ ਐ ਲੱਗਦਾ ਦੂਸਰੀ ਗੱਲ, ਤੁਸੀਂ ਤਿੰਨੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਖਿਲਾਫ ਹੋ ਗਈਆਂ। ਨਹੀਂ ਸੇਮ ਟਰੈਕ ਤੇ ਤੁਸੀਂ ਰਲ ਜਾਓ ਨਾਲ। ਹਾਂ ਸੇਮ ਟਰੈਕ ਤੇ ਹੋ ਨਹੀਂ ਤੁਸੀਂ ਨਾਲ ਰਲ ਜਾਓ। ਮੈਨੂੰ ਜਿੰਦਾ ਮਰਜ਼ੀ ਰਲਾ ਲਓ ਭੁੱਲਰ ਸਾਹਿਬ, ਮੈਨੂੰ ਜਿੰਦਾ ਮਰਜ਼ੀ ਰਲਾ ਲਓ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਨੂੰ ਕੋਈ ਫਰਕ ਨਹੀਂ ਖਿਲਾਫ ਹੋਗੇ। ਕਿਉਂ ਨਾ ਖਿਲਾਫ ਹੋਈ ਹੈ ਸਰਕਾਰ? ਇਹਦੇ ਸਵਾਲ ਕਰਾਂਗੇ। ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਨਾ ਭੁੱਲਰ ਸਾਹਿਬ, ਇਹ 3 ਲਿਫਾਫਿਆਂ ਦੇ ਵਿੱਚ ਤੁਹਾਨੂੰ ਕੋਈ ਢਿੱਡ ਪੀੜ ਹੋ ਰਹੀ ਹੈ? ਤੁਹਾਨੂੰ ਕਿਹਨੇ ਕਿਹਾ ਢਿੱਡ ਪੀੜ ਹੋ ਰਹੀ ਹੈ? ਢਿੱਡ ਪੀੜ ਤਾਂ ਤੁਹਾਡੇ ਹੋ ਰਹੀ ਹੈ, ਆਮ ਆਦਮੀ ਪਾਰਟੀ ਤੇ ਹੋ ਰਹੀ ਹੈ। ਸਾਡੇ ਤੇ ਕੋਈ ਢਿੱਡ ਪੀੜ ਨਹੀਂ ਹੋ ਰਹੀ। ਖੋਲ ਦੋ ਤੁਸੀਂ ਜਦੋਂ ਮਰਜ਼ੀ ਖੋਲ ਦੋ। ਹਾਂ ਕੋਈ ਡਰ ਨਹੀਂ, ਕੋਈ ਡਰ ਨਹੀਂ, ਕੋਈ ਕੁਛ ਨਹੀਂ, ਕੋਈ ਡਰ ਨਹੀਂ ਹੈ ਤੁਹਾਨੂੰ। ਪਾਸੀ ਸਾਹਿਬ ਉਹ ਤਾਂ ਸਿੱਧਾ ਚੈਲੰਜ ਕਰਦੇ ਠੀਕ ਹੈ ਭੁੱਲਰ ਸਾਹਿਬ, ਉਹਨਾਂ ਦੁਖੀ ਜਾਂਦਾ ਪਾਸੀ ਸਾਹਿਬ ਉਹ ਸਿੱਧਾ ਚੈਲੰਜ ਕਰਦੇ ਪਏ, ਕਹਿੰਦੇ ਢਿੱਡ ਪੀੜ ਤਾਂ ਤੁਹਾਡੇ ਹੋ ਰਹੀ ਹੈ, ਤੁਸੀਂ ਡਰਦੇ ਕਿਉਂ ਨਾਮ ਲੈਣ ਤੋਂ? ਡਰਦੇ ਕਿਉਂ? ਓਪਨ ਕਰੋ ਨਾ ਤੇ ਨਾਲ ਐਕਸ਼ਨ ਦਾ ਟਵੀਟ ਕਰੋ ਵੀ ਐਕਸ਼ਨ ਕਰਤਾ। ਕੇਪੀ ਸਿੰਘ ਜੀ ਬਿਲਕੁਲ ਐਕਸ਼ਨ ਹੋ ਰਿਹਾ, ਤੁਸੀਂ ਦੇਖੋਗੇ ਬੜੀ ਜਲਦੀ, ਕਿਉਂਕਿ ਹੁਣ ਸੀਐਮ ਸਾਹਿਬ ਨੇ ਵੀ ਟਵੀਟ ਕੀਤਾ ਹੈ। ਉਹ ਇਸੇ ਲਈ ਕੀਤਾ ਹੈ ਕਿ ਹੁਣ ਜਿਹੜੇ ਇਹ ਪੁਸਤਪਨਾਈਆਂ 'ਚ ਪਲੇ ਹੋਈਆਂ ਸਿੰਡੀਕੇਟਾਂ ਪੁਰਾਣੀਆਂ ਚੱਲੀਆਂ ਆ ਰਹੀਆਂ ਨਾ, ਉਹ ਬਖਸ਼ਿਆ ਕੋਈ ਨਹੀਂ ਜਾਏਗਾ। ਔਰ ਸੀਐਮ ਸਾਹਿਬ ਨੇ ਟਵੀਟ ਵੀ ਤਾਂ ਹੀ ਕੀਤਾ ਹੈ। ਔਰ ਜਿਹੜੀ ਇਹ ਗੱਲਾਂ ਕਰ ਰਹੇ ਆ ਨਾ, ਤੁਹਾਡੇ ਸਾਹਮਣੇ ਵੱਡੇ ਵੱਡੇ ਬਿਗ ਫਿਸ਼ ਜਿਹੜੇ ਹੋਰ ਵੀ ਸਾਹਮਣੇ ਆਣਗੇ, ਕਿਉਂਕਿ ਜਿਹੜੀਆਂ ਰਿਪੋਰਟਸ ਦੇ ਵਿੱਚ ਇਹ ਪ੍ਰੋਬਲਮ ਹੀ ਨਾ ਤਿੰਨਾਂ ਧਿਰਾਂ ਨੂੰ ਤਾਂ ਹੀ ਹੋ ਰਹੀ ਹੈ, ਕਿਉਂਕਿ ਕਿਤੇ ਨਾ ਕਿਤੇ ਸਿੰਡੀਕੇਟਸ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੇ ਚਿਹਰੇ ਸ਼ਾਮਲ ਹੈ। ਔਰ ਮੈਂ ਇਸ ਕਰਕੇ ਨਹੀਂ ਨਾਮ ਲੈ ਰਿਹਾ ਕੇਪੀ ਜੀ, ਕਿਉਂਕਿ ਇਹ ਐਕਸ਼ਨ ਪੁਲਿਸ ਨੇ ਲੈਣਾ ਹੈ। ਨਹੀਂ ਪੁਲਿਸ ਦਾ ਐਕਸ਼ਨ ਸੁਣੋ, ਇਹ ਤਾਂ ਕਹਿ ਰਹੇ ਨਾਮ ਤੁਹਾਡੇ ਤੋਂ ਤਾਂ ਨਹੀਂ ਲਿੱਤਾ ਜਾ ਰਿਹਾ, ਕੱਲ ਨੂੰ ਮਾਫੀ ਨਾ ਮੰਗਣੀ ਪੈ ਜੇ। ਕੇਪੀ ਜੀ ਗੱਲ ਇਸ ਤਰ੍ਹਾਂ ਹੈ, ਦੇਖੋ ਇਹਨਾਂ ਨੂੰ ਨਾ ਮਰਿਆਦਾ ਇਹਨਾਂ ਨੂੰ ਵੀ ਤਿੰਨਾਂ ਧਿਰਾਂ ਨੂੰ ਸਿੱਖ ਲੈਣੀ ਚਾਹੀਦੀ ਹੈ, ਕਿਉਂਕਿ ਅਡਾਨੀ ਦੇ ਮੁੱਦੇ ਤੇ ਅੱਜ ਤੱਕ ਸੈਂਟਰ ਕੋਈ ਐਕਸ਼ਨ ਆਮ ਆਦਮੀ ਪਾਰਟੀ ਬੋਲਦੀ ਚੰਗੀ ਨਹੀਂ ਲੱਗਦੀ। ਮਾਫੀਆਂ ਮੰਗੀਆਂ ਕਿਹੜੀ ਮਰਿਆਦਾ? ਕੀ ਗਲਤ ਕਹਿਤਾ ਸੀ? ਕੀ ਗਲਤ ਕਹਿਤਾ? ਥੋਕੇ ਚੱਟਣ ਵਾਲੀ ਪਾਰਟੀ ਸਾਨੂੰ ਮਰਿਆਦਾ ਸਿਖਾਊਗੀ? ਇੱਕ ਮਿੰਟ ਭੁੱਲਰ ਸਾਹਿਬ, ਭੁੱਲਰ ਸਾਹਿਬ ਜਿਹਨੂੰ ਆਪਣੀ ਮਰਿਆਦਾ ਦਾ ਖਿਆਲ ਨਹੀਂ, ਭੁੱਲਰ ਸਾਹਿਬ ਜਿਹਨੇ ਬਾਰ-ਬਾਰ ਥੋਕੇ ਚੱਟੇ ਭੁੱਲਰ ਸਾਹਿਬ ਇੱਕ ਉਹ ਸਾਨੂੰ ਦੱਸਣਗੇ। ਭੁੱਲਰ ਸਾਹਿਬ ਇੱਕ ਮਿੰਟ 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 ਰੁਕ ਜਾਓ ਨਾ, ਭੁੱਲਰ ਸਾਹਿਬ ਰੁਕ ਜਾਓ। ਪਾਸੀ ਸਾਹਿਬ ਮੈਨੂੰ ਇੱਕ ਚੀਜ਼ ਦੱਸੋ, ਪਾਸੀ ਸਾਹਿਬ ਇੱਕ ਮਿੰਟ ਰੁਕੋ। ਪਾਸੇ ਤੁਸੀਂ ਕਹਿ ਰਹੇ ਅਡਾਨੀ ਪੋਰਟ ਦਾ ਮੁੱਦਾ ਨਹੀਂ ਚੱਕਦੇਗੇ, ਕਾਂਗਰਸ ਨੈਸ਼ਨਲ ਫਰੰਟ ਤੇ ਮੁੱਦਾ ਚੱਕਦੀ ਰਹੀ ਹੈ, ਅਕਾਲੀ ਦਲ ਅੱਜ ਇੱਥੇ ਬੋਲਦਾ ਪਿਆ। ਪਾਸੇ ਸਾਹਿਬ ਆਪਾਂ ਕਿਵੇਂ ਕਹਤਾ ਇਹ ਮੁੱਦਾ ਨਹੀਂ ਚੱਕਦੇ ਪਏ? ਇੱਕ ਮਿੰਟ ਪਾਸੇ ਸਾਹਿਬ, ਇੱਕ ਮਿੰਟ ਭੁੱਲਰ ਸਾਹਿਬ, ਬਿਲਕੁਲ ਐਕਸ਼ਨ ਹੋ ਰਹੇ ਆ ਸਾਡੀ ਸਰਕਾਰ 'ਚ, ਤੁਹਾਡੀ ਤਰ੍ਹਾਂ ਪੁਸਤਪਨਾਈ ਕਿਹੜੀ ਐਕਸ਼ਨ ਹੋਏ? ਕਿਹੜੇ ਐਕਸ਼ਨ ਹੋਏ? ਇੱਕ ਮਿੰਟ ਭੁੱਲਰ ਸਾਹਿਬ, ਐਕਸ਼ਨ ਦੇਖ ਲਿਆ, ਐਕਸ਼ਨ ਦੇਖ ਲਿਆ ਤੁਹਾਡੇ। ਭੁੱਲਰ ਸਾਹਿਬ ਇੱਕ ਮਿੰਟ, 50 ਕੰਪਨੀਆਂ ਲਿਆ ਕੇ ਧੱਕੇ ਖਾਂਦੇ ਫਿਰ ਭੁੱਲਰ ਸਾਹਿਬ, ਭੁੱਲਰ ਸਾਹਿਬ ਇੱਕ ਮਿੰਟ, ਭੁੱਲਰ ਸਾਹਿਬ ਇੱਕ ਮਿੰਟ, ਭੁੱਲਰ ਸਾਹਿਬ ਇੱਕ ਮਿੰਟ, ਭੁੱਲਰ ਸਾਹਿਬ ਪਲੀਜ਼, ਭੁੱਲਰ ਸਾਹਿਬ ਇੱਕ ਮਿੰਟ ਪਲੀਜ਼, ਮਿਸਟਰ ਖੜਿਆਲ ਇੱਕ ਮਿੰਟ ਪਾਸੇ ਸਾਹਿਬ, ਇੱਕ ਮਿੰਟ ਭੁੱਲਰ ਸਾਹਿਬ ਆਪਾਂ ਥੋੜਾ ਜਿਹਾ ਸੰਜਮ ਰੱਖੀਏ ਪਲੀਜ਼। ਮਿਸਟਰ ਖੜਿਆਲ ਮੈਨੂੰ ਇੱਕ ਚੀਜ਼ ਦੱਸੋ ਵੀ ਚਲੋ ਸੀਐਮ ਸਾਹਿਬ ਨੇ ਜੇ ਉਹਨਾਂ ਕੋਲੇ ਕੋਈ ਹੈ ਲਿਫਾਫੇ 'ਚ ਉਹਨਾਂ ਨੇ ਕੋਈ ਦੇਖਿਆ ਤਾਂ ਹੀ ਟਵੀਟ ਕੀਤਾ ਨਾ, ਤੁਸੀਂ ਸੀਐਮ ਤੇ ਵੀ ਸ਼ੱਕ ਕਰੀ ਜਾਂਦੇ ਹੋ। ਗੱਲ ਇਸ ਤਰ੍ਹਾਂ ਹੈ, ਮੈਂ ਜਿਵੇਂ ਤੁਹਾਨੂੰ ਦੱਸਿਆ, ਐਕਸ਼ਨ ਸਪੀਕ ਲਾਊਡਰ ਦੈਨ ਵਰਡਸ। 6 ਦਿਨਾਂ ਦੇ ਵਿੱਚ ਜੇ ਕਾਰਵਾਈ ਕਰਨੀ ਹੁੰਦੀ ਤਾਂ ਹੋ ਜਾਂਦੀ। 6 ਦਿਨ ਥੋੜੀ ਲੱਗਦਾ, 6 ਮਿੰਟਾਂ ਦੇ ਵਿੱਚ ਕਾਰਵਾਈ ਹੋ ਸਕਦੀ ਹੈ। ਰਾਜਨੀਤੀ ਤਾਂ ਫਿਰ ਇਦਾਂ ਹੁੰਦੀ ਹੈ ਨਾ, ਰਾਜਨੀਤੀ ਪਹਿਲਾਂ ਮਾਹੌਲ ਬਣਾਉਂਦੀ ਹੈ ਖੜਿਆਲ ਸਾਹਿਬ, ਫਿਰ ਐਕਸ਼ਨ ਲੈਂਦੀ ਹੈ। ਉਹਨਾਂ ਨੇ ਵੀ ਇਹੀ ਕੀਤਾ। ਸੋ ਆਪ ਮਾਹੌਲ ਬਣਾ ਰਹੀ ਹੈ, ਤੁਸੀਂ ਕਹਿ ਰਹੇ ਹੋ। ਬਿਲਕੁਲ ਮੈਂ ਕਹਿ ਰਿਹਾ ਮਾਹੌਲ ਬਣਾ ਰਹੀ ਹੈ। ਦੱਸੋ ਬੋਲੋ। ਪੋਲਿਟਿਕਸ ਕਰ ਰਹੀ ਹੈ ਤੇ ਪੋਲਿਟਿਕਸ ਨਹੀਂ ਮੈਨੂੰ ਪਤਾ ਕਰਦੀ ਕਿਵੇਂ। ਮਾਹੌਲ ਪੋਲਿਟਿਕਸ ਹੀ ਹੈ ਜੀ। ਅੱਛਾ ਇਹਨੂੰ ਪੋਲਿਟਿਕਸ ਕਹਿੰਦੇ ਆ। ਮਾਹੌਲ ਤੁਸੀਂ ਪਾਸੀ ਸਾਹਿਬ ਤੁਸੀਂ ਹੁਣ ਮੈਂ ਇੱਕ ਮਿੰਟ ਮੈਨੂੰ ਸਵਾਲ ਕਰ ਲੈਣ ਦਿਓ, ਸਵਾਲ ਕੰਟੀਨਿਊ ਕਰ ਲੈਣ ਦਿਓ ਕੇਪੀ ਜੀ, ਮੈਂ 10 ਸੈਕਿੰਡ ਇੱਕ ਸਵਾਲ ਕਰ ਖੜਿਆਲ ਸਾਹਿਬ, ਇੱਕ ਸਵਾਲ ਉਹਦੇ ਬਾਅਦ ਆ ਜਾਓ, ਇੱਕ ਸਵਾਲ ਕਰ ਲੈ, ਮੈਂ ਆ ਰਿਹਾ ਵਾਪਸ। ਪਾਸੀ ਇੱਕ ਮਿੰਟ ਪਾਸੀ ਸਾਹਿਬ, ਮੈਂ ਸਿੱਧਾ ਸਵਾਲ ਇਹ ਕੀਤਾ ਸੀ ਰਾਜਨੀਤੀ ਤੋਂ ਅੱਗੇ ਕੀ ਕਰੋਗੇ? ਕਾਂਗਰਸ ਨੇ ਸਿੱਧਾ ਕਹਿਤਾ ਕਿ ਤੁਸੀਂ ਰਾਜਨੀਤੀ ਕਰਦੇ ਪਿਓ ਤੇ ਮੈਂ ਇਹ ਕਹਿ ਰਿਹਾ ਕਿ ਤੁਸੀਂ ਮਾਹੌਲ ਬਣਾ ਰਹੇ ਹੋ। ਬੋਲੋ ਬਸ ਫਟਾਫਟ ਜਵਾਬ ਦਿਓ। ਅਸੀਂ ਕੋਈ ਰਾਜਨੀਤੀ ਨਹੀਂ ਕਰ ਰਹੇ, ਕੋਈ ਮਾਹੌਲ ਨਹੀਂ ਬਣਾ ਰਹੇ। 5 ਸਾਲ ਚੁੱਪ ਰਹਿਣ ਵਾਲੇ ਅੱਜ 6 ਦਿਨਾਂ ਦੀ ਗੱਲ ਕਰ ਰਹੇ ਆ। ਹਾਸੋ ਹੀ ਨਹੀਂ ਗੱਲ ਤਾਂ ਇਹ ਹੈ, ਜਿਹੜੇ 5 ਸਾਲ ਇਹਨਾਂ ਚੀਜ਼ਾਂ ਨੂੰ ਦਬਾਉਂਦੇ ਰਹੇ, ਪੁਸਤਪਨਾਹੀ ਕਰਦੇ ਰਹੇ। ਚਲੋ ਹੁਣ ਠੀਕ ਹੈ ਪਾਸਾ ਇੱਕ ਮਿੰਟ ਹੁਣ ਧਿਆਨ ਨਾਲ ਸੁਣ ਲੈਣ, ਸਵਾਲ ਨੋਟ ਕਰ ਲੈਣੇ, ਸਵਾਲਾਂ ਦੇ ਜਵਾਬ ਬੜੇ ਜ਼ਰੂਰੀ ਹੈ। ਭੁੱਲਰ ਸਾਹਿਬ ਇੱਕ ਮਿੰਟ, ਪਹਿਲਾ ਸਵਾਲ ਪਾਸੀ ਸਾਹਿਬ ਨੂੰ, ਕੀ ਇਹ ਰਿਪੋਰਟ ਤੁਸੀਂ ਕਿਹਾ ਕੋਰਟ ਦੇ ਵਿੱਚ ਵੀ ਖੁੱਲਣੀ ਚਾਹੀਦੀ ਹੈ? ਸਵਾਲ ਨੰਬਰ ਪਹਿਲਾ, ਹਾਂ ਜਾਂ ਨਾ। ਦੂਜਾ ਸਵਾਲ, ਕੀ ਇਨਫੋਰਮੇਸ਼ਨ ਜਿਵੇਂ ਅਸੀਂ ਤੁਹਾਡੇ ਤੋਂ ਲਈ ਵੀ ਚਲਾਨ ਕਿਉਂ ਨਹੀਂ ਪੇਸ਼ ਹੋਇਆ, ਡਿਲੇ ਕਿਉਂ ਹੋ ਰਿਹਾ ਹੈ, ਡਸ ਦੈਟ ਅਮਾਉਂਟ ਟੂ ਇੰਟਰਫੇਰੈਂਸ? ਵੀ ਜੇ ਤੁਹਾਨੂੰ ਪੁੱਛ ਲਿਆ ਜੇ ਇਹ ਇੰਟਰਫੇਰੈਂਸ ਹੈ ਫਿਰ ਤੁਸੀਂ ਕਿਉਂ ਕਿਹਾ ਵੀ ਐਫਆਈਆਰ ਦੇ ਵਿੱਚ ਮੈਰਿਟ ਨਹੀਂ ਹੈਗੇ ਜਿਹਦੇ ਕਰਕੇ ਬੇਲ ਹੋਗੀ? ਉਹ ਇੰਟਰਫੇਰੈਂਸ ਨਹੀਂ, ਉਹ ਗਲਤ ਨਹੀਂ। ਸੋ ਇੱਥੇ ਸਿਰਫ ਸਵਾਲ ਪੁੱਛਿਆ, ਸਰਕਾਰ ਤੁਹਾਡੀ ਹੈ, ਜਵਾਬ ਦੇਣਾ ਪਊਗਾ ਵੀ ਚਲਾਨ ਡਿਲੇ ਕਿਉਂ ਹੋ ਰਿਹਾ। ਤੀਜਾ, ਚੌਥੀ ਰਿਪੋਰਟ ਦੀ ਬੇਨਤੀ ਕਦੋਂ ਕਰ ਰਹੇ ਹੋ ਜਾਂ ਕੀਤੀ ਹੈ ਹੁਣ ਤੱਕ?
ਵੀ ਖੁੱਲੀ ਚਾਹੀਦੀ ਹੈ ਆਨਰੇਬਲ ਕੋਰਟ ਦੇ ਵਿੱਚ। ਇਹ ਚੀਜ਼ਾਂ ਦੇ ਜਵਾਬ ਇਹਨਾਂ ਤੋਂ ਲੈ ਲਓ। ਨਹੀਂ, ਜਿਹੜਾ ਤੁਸੀਂ ਸੁਰੇਸ਼ ਅਰੋੜਾ ਉਹਨਾਂ ਦੇ ਸਾਈਨ ਵਾਲੀ ਗੱਲ ਕਰਦੇ ਪਏ ਹੋ। 4th ਰਿਪੋਰਟ ਹੈ ਜਿਹੜੀ। ਅੱਛਾ, ਪਾਸੀ ਸਾਹਿਬ ਤਿੰਨ ਸਵਾਲ ਆ ਕਾਂਗਰਸੀਆਂ ਦਾ ਜਵਾਬ ਦੇਣਾ ਚਾਹੁੰਦੇ ਤੁਸੀਂ। ਮੈਂ ਸਵਾਲ ਦੁਹਰਾ ਦੇਣਾ ਬਿਲਕੁਲ ਬਿਲਕੁਲ ਜਵਾਬ ਦਊਂਗਾ। ਹਾਂ ਬੋਲੋ। ਬਿਲਕੁਲ ਸਰਕਾਰ ਨੇ ਪਹਿਲੇ ਦਿਨ ਤੋਂ ਸਟੈਂਡ ਲਿਆ ਕਿ ਰਿਪੋਰਟਸ ਖੁੱਲ੍ਹਣੀਆਂ ਚਾਹੀਦੀਆਂ, ਔਰ ਹੁਣ ਇਹ ਜਿਹੜਾ ਲੇਟੈਸਟ ਆਰਡਰ ਆਇਆ ਉਹਦੇ ਵਿੱਚ ਹਾਈ ਕੋਰਟ ਨੇ ਕਿਹਾ ਟੇਕ ਐਕਸ਼ਨ। ਉਸੇ ਦਿਨ ਜਿੱਦਾਂ ਸਾਡੇ ਕੋਲੇ ਆਰਡਰ ਦੀ ਕਾਪੀ ਆਂਦੀ ਹੈ, ਸੀਐਮ ਸਾਹਿਬ ਨੇ ਕਲੀਅਰ ਕਰਤਾ ਕਿ ਐਕਸ਼ਨ ਹੋਣ ਜਾ ਰਿਹਾ ਹੈ। ਦੂਸਰੀ ਚੀਜ਼, ਡਿਲੇ ਸਾਡੇ ਵੱਲੋਂ ਨਹੀਂ, ਇਨਵੈਸਟੀਗੇਸ਼ਨ ਚੱਲ ਰਹੀ ਆ। ਅਸੀਂ ਨਹੀਂ ਚਾਹੁੰਦੇ ਕਿ ਕੱਚਾ ਪੱਕਾ ਜਿਹਾ ਕੇਸ ਪਾ ਕੇ ਜਿਹੜਾ ਹੈ ਬਾਕੀ ਉਹਨਾਂ ਨੂੰ ਫੇਰ ਫਾਇਦਾ। ਤੁਸੀਂ ਤਾਂ ਆਲਰੇਡੀ ਕਹਿੰਦਾ ਐਫਆਈਆਰ ਚ ਮੈਰਿਟ ਹੀ ਨਹੀਂ। ਤੀਜੀ ਚੀਜ਼, ਤੁਸੀਂ ਤਾਂ ਆਲਰੇਡੀ ਕਿਹਾ ਐਫਆਈਆਰ ਦੇ ਵਿੱਚ ਡੀਮੈਰਿਟਸ ਹੈ। ਅਸੀਂ ਕਿਹਾ ਐਫਆਈਆਰ ਦੇ ਵਿੱਚ ਕੁਝ ਕਮੀਆਂ ਜਿਹਦਾ ਬੈਨੀਫਿਟ ਲੈ ਕੇ ਉਹਨੂੰ ਬੇਲ ਮਿਲ ਗਈ, ਔਰ ਹਾਈ ਕੋਰਟ ਨੇ ਬੇਲ ਦਾ ਫੈਸਲਾ ਕੀਤਾ। ਉਹਦੇ ਉੱਤੇ ਮੈਂ ਹਾਈ ਕੋਰਟ ਦੇ ਆਰਡਰ ਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਪਾਸ ਸਾਹਿਬ ਇੱਕ ਮਿੰਟ, ਪਾਸ ਸਾਹਿਬ ਸੁਣ ਲਓ। ਪਾਸ ਸਾਹਿਬ ਐਫਆਈਆਰ ਵਿੱਚ ਕਮੀਆਂ ਸੀ, ਫਿਰ ਇਹਨਾਂ ਦੀ ਸਰਕਾਰ ਵੇਲੇ ਬੇਲ ਕਿਉਂ ਨਹੀਂ ਹੋਈ? ਜਿਹੜਾ ਐਨਡੀਪੀਐਸ ਐਕਟ ਦਾ ਕੇਸ ਹੁੰਦਾ ਹੈ ਕੇਪੀਜੀ, ਇਮੀਡੀਏਟਲੀ ਜਦੋਂ ਅਰੈਸਟ ਹੁੰਦੀ ਹੈ ਤਾਂ ਕੋਈ ਵੀ ਕੋਰਟ, ਖਾਸ ਕਰ ਜਿਹੜੀ ਸੈਸ਼ਨ ਕੋਰਟ ਹੈ, ਇਮੀਡੀਏਟ ਬੇਲ ਨਹੀਂ ਦਿੰਦੀ। ਸਮਾਂ ਪੈ ਗਿਆ, ਔਰ ਇਹਦੇ ਵਿੱਚ ਜਿਹੜਾ ਬੇਸਿਕ ਗਰਾਊਂਡ ਹਾਈ ਕੋਰਟ ਦੇ ਵਿੱਚ ਲਿਆ ਗਿਆ ਉਹ ਇਹ ਸੀ ਕਿ ਮਜੀਠੀਆ ਸਾਹਿਬ ਤੋਂ ਕੋਈ ਰਿਕਵਰੀ ਨਹੀਂ ਹੈ। ਔਰ ਮੈਂ ਉਸ ਦੇ ਉੱਤੇ, ਕਿਉਂਕਿ ਮਾਮਲਾ ਅਦਾਲਤ ਦੇ ਵਿੱਚ ਹੈ, ਮਾਮਲਾ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ, ਤਾਂ ਮੈਂ ਉਹਦੇ ਉੱਤੇ ਮੈਰਿਟਸ ਜਾਂ ਡੀਮੈਰਿਟਸ ਤੇ ਕਮੈਂਟ ਕਰਨ ਦਾ ਨਾ ਮੈਨੂੰ ਅਧਿਕਾਰ ਹੈ, ਨਾ ਕਰਨਾ ਚਾਹੀਦਾ। ਕੇਪੀ ਸਿੰਘ ਜੀ ਸਾਰੀ ਡਿਬੇਟ ਕਰਕੇ ਹੁਣ ਮਜੀਠੀਆ ਦੇ ਮੁੱਦੇ ਤੇ ਅਖੀਰ ਤੇ ਇਹ ਕਹਤਾ, ਕਮਾਲ ਹੈ। ਮੇਰਾ ਦਰਸ਼ਕ ਤਾਂ ਕਨਫਿਊਜ਼ ਹੋ ਜਾਊਗਾ ਨਾ। ਨਹੀਂ ਦੇਖੋ, ਮਜੀਠੀਆ ਦੇ ਮੁੱਦੇ ਤੇ ਮੈਂ ਕੋਈ ਕਲੀਨ ਚਿੱਟ ਨਹੀਂ ਦੇ ਰਿਹਾ। ਮੈਂ ਕਲੀਅਰ ਦੱਸ ਰਿਹਾ ਕਿ ਮਾਮਲਾ ਅਦਾਲਤ ਦੇ ਵਿੱਚ ਹੈ, ਪੁਲਿਸ ਇਨਵੈਸਟੀਗੇਟ ਕਰ ਰਹੀ ਹੈ। ਕੇਜਰੀਵਾਲ ਸਾਹਿਬ ਦਾ ਕੀ ਸਟੈਂਡ ਹੈ ਮੁੱਦੇ ਤੇ? ਸਰ ਇੱਕ ਗੱਲ ਸੁਣ ਲਓ ਕਿ ਲੌਜਿੰਗ ਆਫ ਐਫਆਈਆਰ ਇਟਸੈਲਫ ਗੋਜ਼ ਟੂ ਦੀ ਰੂਟ। ਇੱਕ ਐਫਆਈਆਰ ਲੌਜ ਹੋਣਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਕੁਝ ਹੈ ਤਾਂ ਹੀ ਤਾਂ ਐਫਆਈਆਰ ਹੋਈ ਸੀ। ਤੇ ਤੁਸੀਂ ਤਾਂ ਮਾਫੀਆਂ ਮੰਗੀਆਂ ਜੀ, ਤੁਸੀਂ ਤਾਂ ਐਫਆਈਆਰ ਕੀਤੀ ਨਹੀਂ ਤੇ ਹਜੇ ਵੀ ਕਹਿ ਰਹੇ ਹੋ ਵੀ ਉਹਦੇ ਵਿੱਚ ਕਮੀ ਪੇਸ਼ੀ ਹੈ। ਕੇਜਰੀਵਾਲ ਸਾਹਿਬ ਦਾ ਸਟੈਂਡ ਕੀ ਹੈ ਇਸ਼ੂ ਤੇ? ਤੁਹਾਡੇ ਲੀਡਰਾਂ ਦੇ ਸਟੇਟਮੈਂਟ ਕੇਜਰੀਵਾਲ ਸਾਹਿਬ ਦਾ ਸਟੈਂਡ ਕੀ ਹੈ ਇਸ਼ੂ ਤੇ? ਸਾਹਿਬ ਦੇ ਖਿਲਾਫ ਕੇਜਰੀਵਾਲ ਸਾਹਿਬ ਦਾ ਸਟੈਂਡ ਕੀ ਹੈ ਪੁੱਛਣਾ ਤੁਹਾਡੇ ਤੋਂ। ਤੁਹਾਡੇ ਲੀਡਰ ਕੇਜਰੀਵਾਲ ਸਾਹਿਬ ਇੱਥੇ ਉਸ ਪਾਵਰ 'ਚ ਨਹੀਂ ਸੀ। ਮੈਂ ਹੁਣ ਦੀ ਗੱਲ ਕਰ ਰਿਹਾ, ਹੁਣ ਦੀ ਗੱਲ ਕਰ ਰਿਹਾ। 4 ਸਾਲ ਤੁਹਾਡੀ ਸਰਕਾਰ ਚੁੱਪ ਰਹੀ ਹੈ। ਕੇਜਰੀਵਾਲ ਸਾਹਿਬ ਦਾ ਸਟੈਂਡ ਕੀ ਹੈ ਇਸ਼ੂ ਤੇ? ਚੁੱਪ ਰਹੀ ਹੈ। ਇਹ ਰਿਪੋਰਟ ਤੇ ਕੇਜਰੀਵਾਲ ਸਾਹਿਬ ਦਾ ਸਟੈਂਡ ਕੀ ਹੈ ਦੱਸੋ। ਕੋਈ ਜਵਾਬ ਨਹੀਂ ਹੈ, ਰੈਂਕ ਕੇ ਕੁਝ ਨਹੀਂ ਹੋਊਗਾ। ਜਵਾਬ ਦੋ ਵੀ ਕੇਜਰੀਵਾਲ ਸਾਹਿਬ ਦਾ ਸਟੈਂਡ ਕੀ ਹੈ ਇਸ਼ੂ ਤੇ? ਬਿਲਕੁਲ, ਤੁਸੀਂ ਜਵਾਬ ਨਹੀਂ ਦਿੰਦੇ, ਮੈਂ ਤਾਂ ਇੱਕ ਹੀ ਗੱਲ ਦਾ ਜਵਾਬ ਦੇਣਾ। ਦੋ ਜਵਾਬ ਦੋ। ਵਕਤ ਹੁਣ ਹੈ ਨਹੀਂ ਮੇਰੇ ਕੋਲ। ਮਾਫੀ ਮੰਗੀ ਹੈ ਬਸ ਤੁਸੀਂ। ਚਲੋ ਬਹੁਤ ਧੰਨਵਾਦ। ਮੇਰੇ ਕੋਲ ਵਕਤ ਹੁਣ ਹੈ ਨਹੀਂ। ਭੁੱਲਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਪਾਸ ਸਾਹਿਬ ਤੁਹਾਡਾ ਬਹੁਤ ਧੰਨਵਾਦ, ਖੜਿਆਲ ਸਾਹਿਬ ਤੁਹਾਡਾ ਬਹੁਤ ਧੰਨਵਾਦ, ਲੋਕੇਸ਼ ਨਾਰਾ ਤੁਹਾਡਾ ਬਹੁਤ ਧੰਨਵਾਦ। 3 ਲਿਫਾਫੇ ਕੌਣ ਹੋਵੇਗਾ ਬੇਨਕਾਬ ਸਾਨੂੰ ਅੱਜ ਨਹੀਂ ਪਤਾਗਾ, ਪਰ ਸਿਆਸੀ ਮਾਹੌਲ ਗਰਮਾ ਗਿਆ। ਕੌਣ ਪੋਲਿਟਿਕਸ ਕਰਦਾ ਪਿਆ ਤੇ ਕੌਣ ਐਕਸ਼ਨ ਲਊਗਾ, ਇਸ ਦਾ ਜਵਾਬ, ਉਸ ਦਾ ਇੰਤਜ਼ਾਰ ਅਸੀਂ ਕਰਾਂਗੇ। ਨਹੀਂ ਤਾਂ ਸਿਰਫ ਇਹ ਕਿਤੇ ਇਕੱਲੇ ਲਿਫਾਫੇ ਆ ਜਿਹੜੇ, ਉਹਨਾਂ ਦੇ ਇਕੱਲੀ ਪੋਲਿਟਿਕਸ ਆ ਜਿਹੜੀ, ਉਹ ਨਾ ਹੁੰਦੀ ਰਹਿ ਜਾਵੇ। ਰਾਜਨੀਤੀ ਅੱਗੇ ਕੀ ਹੋਵੇਗਾ, ਸਾਡਾ ਸਵਾਲ ਇਹੀ ਬਾਕੀ ਹੈ। ਬਹੁਤ ਧੰਨਵਾਦ।